किदां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 in Napani. Quick Truck Lube, the one-stop shop. 5196220660 या quicktrucklube.com. QTL, because we care. Quick Truck Lube. ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਤੋਂ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਵਾਸ਼ਿੰਗਟਨ ਫਰੇਟ ਸਰਵਿਸ, ਜਿਹੜੀ ਸ਼ਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ। ਜੇਕਰ ਤੁਸੀਂ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ, ਮਮਤਾ ਨੇ ਫਿਰ ਬਾਬੇ ਵਾਲਾ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਈ ਇਕੱਠੇ ਰਹੋਗੇ ਤਾਂ ਚੰਗੇ ਰਹੋਗੇ, ਨਹੀਂ ਤਾਂ ਇਕੱਲੇ ਕਰਕੇ ਨੂੰ ਤੋੜ ਦਿਓਗੇ, ਤੁਹਾਡਾ ਬਚਣਾ ਕੱਖ ਨਹੀਂ। ਬਿਲਕੁਲ, ਜੋ ਕੁਛ ਮਮਤਾ ਬੈਨਰਜੀ ਨੇ ਕਿਹਾ ਗੱਲ ਉਹ ਠੀਕ ਹੈ, ਪਰ ਵੇਲੇ ਦੀ ਨਮਾਜ਼ ਤੇ ਇੱਕ ਵੇਲੇ ਦੀਆਂ ਟੱਕਰਾਂ, ਬਿਲਕੁਲ ਜਿਹੜਾ ਮੌਕਾ ਹੱਥੋਂ ਗਵਾ ਲਿਆ। ਇਹ ਕੰਮ ਜਿਹੜਾ ਅੱਜ ਵੀ ਮਮਤਾ ਬੈਨਰਜੀ ਨੇ ਕਿਹਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਜੀ। ਤੁਸੀਂ ਯਾਦ ਕਰੋ ਜਦੋਂ ਕਾਂਗਰਸ ਪਾਰਟੀ ਇਹ ਗੱਲ ਕਹਿੰਦੀ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਨੇ ਜਿਹੜੀਆਂ ਸੰਵਿਧਾਨਕ ਸੰਸਥਾਵਾਂ ਜੀ ਉਹਨਾਂ ਨੂੰ ਤਹਿਸ ਨਹਿਸ ਕਰਨਾ ਸ਼ੁਰੂ ਕਰ ਦਿੱਤਾ ਹੈ, ਉਦੋਂ ਮਮਤਾ ਦਾ ਸਟੈਂਡ ਕੀ ਸੀ ਜੀ? ਜਿਸ ਵੇਲੇ ਦੇਸ਼ ਦੇ ਬੁੱਧੀਜੀਵੀਆਂ ਨੇ, ਖਾਸ ਕਰਕੇ ਇਤਿਹਾਸਕਾਰਾਂ ਨੇ ਜੀ, ਸਿਧਾਂਤਕਾਰਾਂ ਨੇ, ਵੱਡੇ ਵੱਡੇ ਅਖਬਾਰਾਂ ਦੇ ਐਡੀਟਰਾਂ ਨੇ ਇਹ ਗੱਲ ਕਹੀ ਸੀ ਕਿ ਦੇਸ਼ ਜਿਹੜਾ ਹੈਗਾ ਇੱਕ ਡੂੰਘੀ ਖਾਈ ਵੱਲ ਨੂੰ ਜਾ ਰਿਹਾ ਹੈ, ਇਹਨੂੰ ਬਚਾਉਣ ਦੀ ਲੋੜ ਹੈ। ਤੇ ਉਦੋਂ ਸਾਡੀ ਆਪੋਜੀਸ਼ਨ ਕੀ ਕਰਦੀ ਸੀ ਜੀ? ਜੇ ਆਪਾਂ ਅੱਜ ਵੀ ਦੇਖੀਏ, ਸਭ ਤੋਂ ਵੱਡਾ ਪ੍ਰਦੇਸ਼ ਜਿਹੜਾ ਹੈਗਾ ਉਹ ਉੱਤਰ ਪ੍ਰਦੇਸ਼ ਹੈ, ਜਿਹਨੂੰ ਛੋਟੇ ਲਫ਼ਜ਼ਾਂ ਦੇ ਵਿੱਚ ਯੂਪੀ ਕਹਿੰਦੇ ਨੇ। ਯੂਪੀ ਦੀ ਸਥਿਤੀ ਕੀ ਹੈ? ਯੂਪੀ ਦੀ ਜੇ ਆਪੋਜੀਸ਼ਨ ਸੁਹਿਰਦ ਹੁੰਦੀ ਤਾਂ ਭਾਰਤੀ ਜਨਤਾ ਪਾਰਟੀ ਕਦੇ ਵੀ ਦੂਜੀ ਵਾਰੀ ਨਾ ਹੁੰਦੀ। ਬਿਲਕੁਲ। ਆਪੋਜੀਸ਼ਨ ਦੀ ਜੇ ਆਪਾਂ ਗੱਲ ਕਰੀਏ, ਇੱਕ ਜ਼ਮਾਨਾ ਹੁੰਦਾ ਸੀ ਜਦੋਂ ਬਾਬੂ ਕਾਸ਼ੀ ਰਾਮ ਨੇ ਬਹੁਜਨ ਸਮਾਜ ਪਾਰਟੀ ਬਣਾਈ ਸੀ। ਬੁਨਿਆਦੀ ਤੌਰ ਤੇ ਹਾਂਜੀ ਤੂਤੀ ਬੋਲਣ ਲੱਗ ਪਏ। ਹਾਂ, ਬੁਨਿਆਦੀ ਤੌਰ ਤੇ ਜੇ ਆਪਾਂ ਦੇਖੀਏ ਤਾਂ ਜੰਪਲ ਤਾਂ ਪੰਜਾਬ ਦੇ ਸੀ। ਹਾਂ, ਰੋਪੜ ਦੇ। ਪੰਜਾਬ ਦੇ ਵਿੱਚ ਉਹਨਾਂ ਨੇ DS4 ਤੋਂ ਕੰਮ ਸ਼ੁਰੂ ਕੀਤਾ। ਮੇਰੇ ਯਾਦ ਆ, ਅਸੀਂ ਦੇਖਦੇ ਰਹੇ ਬਾਬੂ ਕਾਸ਼ੀ ਰਾਮ ਹੋਰੀ ਕਿਵੇਂ ਸਾਈਕਲ ਯਾਤਰਾ ਕਰਦੇ ਹੁੰਦੇ ਸੀ, ਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਅਪੀਲ ਨੂੰ ਕੋਈ ਹੁੰਗਾਰਾ ਨਹੀਂ ਭਰਿਆ। ਔਰ ਉਹ ਇੱਥੋਂ ਦੁਖੀ ਹੋ ਕੇ ਤੇ ਯੂਪੀ ਚਲੇ ਗਏ ਸੀ ਜੀ। ਯੂਪੀ ਦਾ ਜਿਹੜਾ ਵੀਕਰ ਸੈਕਸ਼ਨ ਸੀ, ਉਹਨਾਂ ਨੇ ਬਾਬੂ ਕਾਸ਼ੀ ਰਾਮ ਦੀ ਗੱਲ ਸੁਣੀ ਔਰ ਉਹਦੀ ਗੱਲ ਸੁਣ ਕੇ ਉਹਦੀ ਪਾਰਟੀ ਨੂੰ ਮਜ਼ਬੂਤ ਕੀਤਾ ਜੀ। ਕਾਸ਼ੀ ਰਾਮ ਹੋਰਾਂ ਨੇ ਆਪ ਪ੍ਰਧਾਨ ਆਪਣਾ ਮੁੱਖ ਮੰਤਰੀ ਬਣਨ ਦੀ ਬਜਾਏ ਬੀਬੀ ਮਮਤਾ ਬੈਨਰਜੀ ਨੂੰ ਮੁੱਖ ਮੰਤਰੀ ਬਣਾਇਆ ਸੀ। ਇੱਕ ਵਾਰੀ ਨਹੀਂ, ਕਈ ਵਾਰੀ ਉਹਨੂੰ 2-3 ਵਾਰੀ ਉਹ ਮੁੱਖ ਮੰਤਰੀ ਬਣੀ ਹੈ। ਲੇਕਿਨ ਦਾਨੇਵਾਲੀਆ ਸਾਹਿਬ, ਜਦੋਂ ਤੁਸੀਂ ਆਪਣੇ ਸਿਧਾਂਤਾਂ ਦੇ ਉੱਤੇ, ਆਪਣੇ ਅਸੂਲਾਂ ਦੇ ਉੱਤੇ ਨਾ ਰਹੋ ਜੀ, ਪਾਰਟੀਆਂ ਦੇ ਜਿਹੜੇ ਹੈਗੇ ਨਿਯਮ ਬਣੇ ਹੁੰਦੇ ਆ ਉਹਦੇ ਤੇ ਨਾ ਰਹੋ ਤੇ ਖੁਦਗਰਜੀ ਦੇ ਵਿੱਚ ਪੈ ਜਾਓ, ਤਾਂ ਫਿਰ ਤੁਸੀਂ ਵਿਰੋਧੀ ਨੂੰ ਇੱਕ ਪੁਆਇੰਟ ਦੇ ਦਿੰਦੇ ਹੋ ਜਿੱਥੇ ਉਹ ਤੁਹਾਡੀ ਸੰਘੀ ਨੱਪ ਸਕਦਾ ਹੋਵੇ। ਤੇ ਬਾਬੂ ਕਾਸ਼ੀ ਰਾਮ ਦੇ ਹੁੰਦਿਆਂ ਤਾਂ ਅਜਿਹਾ ਕਦੇ ਹੋਇਆ ਨਹੀਂ ਸੀ। ਤੇ ਅੱਜ ਤੁਸੀਂ ਦੇਖ ਲਓ, ਕਦੇ ਤਾਜ ਕਾਰੀਡੋਰ ਆ ਜਾਂਦਾ, ਕਦੇ ਕੋਈ ਤੇ ਕਦੇ ਕੋਈ। ਉਹ ਫਾਈਲਾਂ CBI ਦੀਆਂ ਪਈਆਂ ਤੇ ਉਹ ਮਿੱਟੀ ਜੀ ਝਾੜ ਲੈਂਦੇ ਆ ਜਦੋਂ ਜੀ ਦਿਖਾ ਦਿੰਦੇ ਵੀ ਆਹ ਕੀ ਹੈ। ਆਪੋਜੀਸ਼ਨ ਨੂੰ ਉਂਗਲਾਂ ਤੇ ਨਚਾਉਂਦੀ ਹੈ ਰਾਜ ਕਰਦੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ।
ਔਰ ਕਦੇ ਵੀ ਉੱਥੇ ਯੂਨਿਟੀ ਵਾਲੀ ਗੱਲ ਨਹੀਂ ਬਣੀ। ਜੇ ਇੱਕ ਧਿਰ ਦੋ ਤਰ੍ਹਾਂ ਯੂਨਿਟੀ ਕਰਦੀਆਂ ਤਾਂ ਦੋ ਉਹਨਾਂ ਨੂੰ ਖਰਾਬ ਕਰਨ ਵਾਸਤੇ ਹੋ ਜਾਂਦੀ। ਸੇਮ ਪੋਜੀਸ਼ਨ ਜੇ ਆਪਾਂ ਦੇਖੀਏ ਬੀਬੀ ਮਮਤਾ ਬੈਨਰਜੀ ਦੀ, ਬੀਬੀ ਮਮਤਾ ਬੈਨਰਜੀ ਜਦੋਂ ਕਾਂਗਰਸ ਪਾਰਟੀ ਤੋਂ ਅਲੱਗਾ ਹੋਈ ਹੈ ਜੀ, ਉਸ ਵੇਲੇ NDA ਬਣਿਆ ਸੀ। NDA ਦੀ ਮੈਂਬਰ ਬੀਬੀ ਮਮਤਾ ਬੈਨਰਜੀ ਦੀ ਪਾਰਟੀ TMC ਵੀ ਹੁੰਦੀ ਸੀ ਜੀ। ਔਰ ਅਟਲ ਬਿਹਾਰੀ ਵਾਜਪਾਈ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਬਣਦੇ ਆ BJP ਦੀ ਸਰਦਾਰੀ ਵਾਲੀ NDA 'ਚ, ਉਹਨੂੰ ਬਾਬੂ ਜੀ ਕਹਿੰਦੀ ਹੁੰਦੀ ਸੀ। ਆਪਾਂ ਜਿਵੇਂ ਪਿਤਾ ਜੀ ਬਾਪੂ ਜੀ ਕਹਿ ਦਿੰਦੇ ਆ ਬਜ਼ੁਰਗ ਬੰਦੇ ਨੂੰ, ਹਿੰਦੂ ਸਮਾਜ ਦੇ ਵਿੱਚ ਬਜ਼ੁਰਗ ਨੂੰ ਬਾਪ ਨੂੰ ਜਿਹੜਾ ਹੈਗਾ ਬਾਊ ਜੀ ਕਹਿੰਦੇ, ਉਹ ਬਾਊ ਜੀ ਕਹਿੰਦੀ ਹੁੰਦੀ ਸੀ। ਉਦੋਂ ਉਹਨਾਂ ਨੂੰ ਮਜ਼ਬੂਤ ਕੀਤਾ ਤੇ ਹੁਣ ਜਦੋਂ ਉਹਨਾਂ ਨੇ ਸੰਘੀ ਕੁੱਟਣੀ ਸ਼ੁਰੂ ਕਰ ਦਿੱਤੀ ਜੀ, ਜਿਹੜੀ ਕਾਂਗਰਸ ਪਾਰਟੀ ਨੂੰ ਕੁਝ ਦਿਨ ਪਹਿਲਾਂ ਤੱਕ ਬੀਬੀ ਸਮਝਦੀ ਕੁਛ ਨਹੀਂ ਹੁੰਦੀ ਸੀ, ਹਾਂਜੀ, ਉਹ ਤਾਂ ਕੇਜਰੀਵਾਲ ਦੇ ਨਾਲ ਆ ਕੇ ਇਹ ਕਹਿੰਦੀ ਹੁੰਦੀ ਸੀ ਕਾਂਗਰਸ ਮੁਕਤ ਭਾਰਤ ਦੇ ਨਾਲ ਆਪਾਂ ਮਿਲ ਕੇ ਤੇ ਆਪਾਂ ਕਾਂਗਰਸ ਦਾ ਬਦਲ ਬਣ ਜਾਈਏ। ਸਾਨੂੰ ਇਸ ਗੱਲ ਦਾ ਪਤਾ ਕਿ ਕਾਂਗਰਸ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਹੈ ਜਿਹੜੀ, ਉਹ ਕੋਈ ਬਹੁਤੀ ਸੁਹਿਰਦ ਨਹੀਂ, ਸਿਆਣੀ ਨਹੀਂ ਜੀ। ਉਸ ਮੇਰੇ ਹੁਣ ਯਾਦ ਹੈ ਕਿ ਜਦੋਂ ਮਿਸਟਰ ਬਰਾਕ ਓਬਾਮਾ ਇੱਥੇ ਆਏ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ ਡਾਕਟਰ ਮਨਮੋਹਨ ਸਿੰਘ ਹੋਰੀ, ਉਹਨਾਂ ਨੂੰ ਮਿਲੇ। ਉਸ ਤੋਂ ਬਾਅਦ ਉਹ ਬੀਬੀ ਸੋਨੀਆ ਗਾਂਧੀ ਨੂੰ ਮਿਲਦੇ ਹੈ ਤੇ ਉਹ ਤੋਂ ਅੱਗੇ ਜਾ ਕੇ ਫਿਰ ਉਹਨਾਂ ਨੇ ਇੱਕ ਕਿਤਾਬ ਲਿਖੀ। ਉਸ ਕਿਤਾਬ ਦੇ ਵਿੱਚੋਂ ਜ਼ਿਕਰ ਕਰਦੇ ਆ ਕਿ ਜਦੋਂ ਮੈਂ ਡਾਕਟਰ ਮਨਮੋਹਨ ਸਿੰਘ ਨਾਲ ਗੱਲਬਾਤ ਕਰ ਰਿਹਾ ਸੀ, ਉਹ ਦੇਸ਼ ਦੀ ਚਿੰਤਾ ਕਰ ਰਹੇ ਸੀ, ਉਹ ਦੁਨੀਆ ਦੀ ਚਿੰਤਾ ਕਰ ਰਹੇ ਸੀ। ਉਹ ਦੁਨੀਆ ਨੂੰ ਦੇਖ ਰਹੇ ਸੀ ਕਿ ਦੁਨੀਆ ਦੇ ਵਿੱਚ ਕੀ ਕੁਝ ਹੋ ਰਿਹਾ ਹੈ। ਬੜਾ ਵਿਦਵਾਨ ਬੰਦਾ ਜਿਹਦੇ ਨਾਲ ਮੇਰਾ ਵਾਹ ਵਾਸਤਾ ਪਿਆ। ਤੇ ਜਦੋਂ ਮੈਂ ਬੀਬੀ ਸੋਨੀਆ ਗਾਂਧੀ ਨਾਲ ਗੱਲ ਕਰਦਾ ਸੀ ਤਾਂ ਉਹ ਸਾਰੀ ਦੀ ਸਾਰੀ ਗੱਲ ਰਾਹੁਲ ਗਾਂਧੀ ਬਾਰੇ ਕਰਦੀ ਸੀ, ਕਿਉਂਕਿ ਦੇਖਣਾ ਚਾਹੁੰਦੀ ਹੈ ਕਿ ਮੇਰਾ ਪੁੱਤ ਦੇਸ਼ ਦਾ ਪ੍ਰਧਾਨ ਮੰਤਰੀ ਬਣੇ। ਲੇਕਿਨ ਮਾਂ ਦੇ ਬਣਾਉਣ ਨਾਲ ਕਦੇ ਕੋਈ ਪੁੱਤ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣਦਾ ਹੁੰਦਾ, ਉਹਦੇ ਚਾਪ ਦੇ 'ਚ ਵੀ ਯੋਗਤਾਵਾਂ ਹੁੰਦੀਆਂ, ਅਸੀਂ ਦੇਖਦੇ ਰਹੇ ਹਾਂ। ਸੋ ਕਾਂਗਰਸ ਦੀ ਹਾਈ ਕਮਾਂਡ ਆਪਾਂ ਨੂੰ ਪਤਾ ਕਿ ਬਹੁਤ ਕਮਜ਼ੋਰ ਹੋ ਚੁੱਕੀ ਹੈ। ਲੇਕਿਨ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਇੰਟਰਵਿਊ ਪੜ੍ਹ ਰਿਹਾ ਸੀ, ਆਰਟੀਕਲ ਨਹੀਂ ਇੰਟਰਵਿਊ ਪੜ੍ਹ ਰਿਹਾ ਸੀ। ਉਹ ਇੰਟਰਵਿਊ PK ਦੀ ਹੈ ਜੀ, ਪ੍ਰਸ਼ਾਂਤ ਕਿਸ਼ੋਰ ਦੀ। ਹੁਣ ਕਿਸੇ ਜ਼ਮਾਨੇ 'ਚ ਤੁਹਾਡੇ ਯਾਦ ਹੋਣਾ ਪ੍ਰਸ਼ਾਂਤ ਕਿਸ਼ੋਰ ਜਿਹੜਾ ਹੈਗਾ ਬੀਬੀ ਮਮਤਾ ਬੈਨਰਜੀ ਦਾ ਵੀ ਐਡਵਾਈਜ਼ਰ, ਉਹਨੂੰ ਅੱਗੇ ਲਾ ਕੇ ਉਹ ਦੇਸ਼ ਦੀ ਪ੍ਰਧਾਨ ਮੰਤਰੀ ਬਣਾਉਂਦਾ ਜਾਂ ਕਾਂਗਰਸ ਪਾਰਟੀ ਦਾ ਬਦਲ ਬਣ ਕੇ BJP ਦਾ ਮੁਕਾਬਲਾ ਕਰਨ ਦੀ ਗੱਲ ਕਰਦੇ ਸੀ। ਉਹਨੇ ਬੀਬੀ ਮਮਤਾ ਬੈਨਰਜੀ ਦੀ ਅੰਡਰਸਟੈਂਡਿੰਗ ਅਰਵਿੰਦ ਕੇਜਰੀਵਾਲ ਨਾਲ ਬਣਵਾਉਣ ਦੀ ਵੀ ਕੋਸ਼ਿਸ਼ ਕੀਤੀ ਜੀ। ਪਰ ਹੁਣ ਉਹ ਕੀ ਕਹਿੰਦਾ ਹੈ ਤਜਰਬੇ ਦੇ ਵਿੱਚੋਂ, ਇਸ ਵੇਲੇ ਕਾਂਗਰਸ ਪਾਰਟੀ ਨੇ ਉਹਨੂੰ ਗੁਜਰਾਤ ਵਾਲੀ ਬਿੰਡੀ ਜੋੜਤਾ ਕਿ ਗੁਜਰਾਤ ਵਾਲਾ ਮਾਮਲਾ ਤੂੰ ਸਰ ਕਰ, ਉੱਥੇ ਗੁਜਰਾਤ ਦੇ ਵਿੱਚ ਉਹਨੇ ਕੰਮ ਕਰਨਾ ਸ਼ੁਰੂ ਕਰਨਾ। ਪਰ ਉਹ ਕਹਿੰਦਾ ਕੀ ਹੈ, ਉਹ ਕਹਿੰਦਾ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਉਹ 2024 ਦੇ ਵਿੱਚ ਬਦਲ ਬਣ ਜੂਗੀ ਜੀ। ਬਦਲ ਬਣਨ ਵਾਸਤੇ ਜੇ ਬੜਾ ਟਾਈਮ ਲੱਗਣਾ ਹੈ। ਤੇ ਫਿਰ ਉਹਨੇ ਮਿਸਾਲ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਦੀ, ਕਿ ਭਾਰਤੀ ਜਨਤਾ ਪਾਰਟੀ ਕਿਹੜੇ ਵੇਲੇ ਦੀ ਜਦੋਜਹਿਦ ਕਰ ਰਹੀ ਹੈ, ਬਹੁਤ ਲੰਮੀ ਜਦੋਜਹਿਦ, ਬੜੀ ਲੰਬੀ ਜਦੋਜਹਿਦ ਕਰਨ ਤੋਂ ਬਾਅਦ ਸਰਕਾਰ ਬਣਾਉਣ ਦੇ ਸਮਰੱਥ ਹੋਈ ਹੈ। ਤੇ ਉਹ ਕਹਿੰਦੇ ਹੈ ਕਿ ਪਿਛਲੀ ਵਾਰੀ 2019 ਦੇ ਵਿੱਚ ਜਦੋਂ ਚੋਣਾਂ ਹੋਈਆਂ ਪਾਰਲੀਮੈਂਟ ਦੀਆਂ, ਉਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਵੋਟਾਂ ਪੈਂਦੀਆਂ ਕੁਝ ਲੱਖਾਂ 'ਚ ਆਖਰ 26-27 ਲੱਖ ਪੈਂਦੀਆਂ। ਪਰ ਕਹਿੰਦੇ ਜੇ ਤੁਸੀਂ ਦੇਸ਼ ਦੀ ਰਾਜਨੀਤੀ ਦੇ ਵਿੱਚ ਆਪਣੀ ਥੋੜ੍ਹੀ ਜਿਹੀ ਪੈਠ ਜਮਾਉਣੀ ਹੈ ਤਾਂ ਤੁਹਾਡੇ ਹਿੱਸੇ 'ਚ ਘੱਟੋ ਘੱਟ 20 ਕਰੋੜ ਵੋਟ ਚਾਹੀਦੀ ਹੈ। ਪੰਜਾਬ, ਦਿੱਲੀ, ਕੁਝ ਹੋਰ ਰਾਜਾਂ ਦੀ ਆਪਾਂ ਗੱਲ ਕਰ ਲਈਏ, ਉੱਥੇ ਚੋਣਾਂ ਲੜ ਕੇ 20 ਕਰੋੜ ਵੋਟ ਨਹੀਂ ਇਕੱਠੀ ਹੋਣੀ, ਨਹੀਂ ਹੁੰਦੀ। ਇਹਦੇ ਤੇ ਹਾਲੇ ਤੁਹਾਨੂੰ ਟਾਈਮ ਲੱਗਣਾ ਹੈ। ਇਹ ਉੱਥੇ ਹੁਣ ਉਹ ਗੱਲ ਕਹਿੰਦੇ ਹੈ। ਤੇ ਬੀਬੀ ਮਮਤਾ ਬੈਨਰਜੀ ਨੂੰ ਵੀ ਹੁਣ ਸਮਝ ਆ ਗਈ ਹੁਣ ਜਿਹੜਾ ਐਟ ਪ੍ਰੈਜੈਂਟ ਸਿਚੁਏਸ਼ਨ ਹੈ, ਇੱਕ ਤਾਂ ਬੀਰ ਭੂਮ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ, ਹਾਂਜੀ, ਉਸ ਹਿੰਸਾ 'ਚ ਬੀਬੀ ਮਮਤਾ ਬੈਨਰਜੀ ਘਿਰ ਗਈ। ਗਵਰਨਰ ਉੱਥੇ ਪੈਰ ਨਹੀਂ ਲੱਗਣ ਦੇ ਰਿਹਾ, ਗਵਰਨਰ ਪੈਰ ਤੇ ਵਿਰੋਧ ਕਰ ਰਿਹਾ ਹੈ। ਕੱਲ ਜੋ ਉੱਥੇ ਵਿਧਾਨ ਸਭਾ ਦੇ ਵਿੱਚ ਹੋਇਆ, ਜਿਵੇਂ ਉੱਥੇ ਤੂੰ ਤੜਕ ਹੋਈ ਹੈ ਤੇ ਆਪਣੀ ਇੱਕ ਦੂਜੇ ਨਾਲ ਹੂਰੀ ਹੋਈ, ਉਹ ਵੀ ਸਭ ਦੇ ਸਾਹਮਣੇ ਹੈ। ਦੂਜੇ ਪਾਸੇ ਕੇਂਦਰ ਵੀ ਉਹਨੂੰ ਬੁਲਾਮੇ ਪਾ ਰਹੀ ਹੈ। ਤੇ ਲੇਟੈਸਟ ਜਿਹੜੀ ਦਾਨੇ ਵਾਲੀ ਸਭ ਗੱਲ ਹੋਈ ਹੈ, ਉਹ ਇਹ ਹੋਈ ਹੈ ਕਿ ਬੀਬੀ ਮਮਤਾ ਬੈਨਰਜੀ ਦਾ ਭਤੀਜਾ ਅਭਿਸ਼ੇਕ ਬੈਨਰਜੀ, ਅੱਛਾ ਜੀ, ਜਿਵੇਂ ਮਮਤਾ ਬੈਨਰਜੀ ਨੇ ਆਪਦਾ ਭਤੀਜਾ ਬਿਲਡ ਕੀਤਾ ਵਾ, ਤੇ ਮਮਤਾ ਬੈਨਰਜੀ ਦੇ ਭਤੀਜੇ ਤੇ ਭਰਾ ਦੇ ਇੰਟਰਸਟ ਦੇਖਦੇ ਆ ਤੇ ਉਹਨੂੰ ਮਾਇਆਵਤੀ ਨੂੰ ਉਹਨੂੰ ਨਾਲ ਦੀ ਨਾਲ ਹੀ ਆਪਣੀ ਪੋਜੀਸ਼ਨ ਬਦਲਣੀ ਪੈ ਜਾਂਦੀ ਹੈ। ਉਵੇਂ ਜਿਵੇਂ ਹੁਣ ਅਭਿਸ਼ੇਕ ਬੈਨਰਜੀ ਨੂੰ ਪਹਿਲਾਂ ਤਾਂ ਰੇਡ ਕੀਤੀ, ਉਹਦਾ ਆਪਣੀ ਦੀ ਵਾਈਫ ਨੂੰ ਪੁੱਛਗਿੱਛ ਕੀਤੀ, ਉਹਦੀ ਵੀ ਪੁੱਛਗਿੱਛ ਕੀਤੀ ਸੀ, ਤੇ ਹੁਣ ED ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨੂੰ ਬੁਲਾ ਲਿਆ ਦਿੱਲੀ, ਕਿ ਭਾਈ ਦਿੱਲੀ ਆ, ਦਿੱਲੀ ਤੇਰੀ ਪੁੱਛਗਿੱਛ ਕਰਨੀ ਹੈ। ਤੇ ਜਦੋਂ ਦਿੱਲੀ ਪੁੱਛਗਿੱਛ ਕਰਨੀ ਹੈ, ਦਿੱਲੀ ਪੁੱਛਗਿੱਛ ਦਾ ਮਤਲਬ ਇਹ ਹੈ ਕਿ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਨੇ ਇਹ ਕਹਿ ਦੇਣਾ ਕਿ ਸਹਿਯੋਗ ਨਹੀਂ ਦੇ ਰਿਹਾ ਸੀ ਪੁੱਛਗਿੱਛ ਤੇ, ਇਹਦੀ ਗ੍ਰਿਫਤਾਰੀ ਗ੍ਰਿਫਤਾਰ ਕਰਕੇ ਉਹਨਾਂ ਨੇ ਅਦਾਲਤ 'ਚ ਪੇਸ਼ ਕਰ ਦੇਣਾ, ਫਿਰ ਉਹਦਾ ਰਿਮਾਂਡ ਵੀ ਲੈਣਾ, ਪੁੱਛਗਿੱਛ ਹੋਰ ਹੋਣੀ ਹੈ। ਇਹੀ ਚੀਜ਼ ਜੇ ਆਪਾਂ ਦੇਖੀਏ ਤਾਂ ਤੁਸੀਂ ਦੇਖੋ ਉਧਵ ਠਾਕਰੇ ਜਿਹੜਾ ਮਹਾਰਾਸ਼ਟਰ ਦਾ ਮੁੱਖ ਮੰਤਰੀ ਹੈ, ਉਧਵ ਠਾਕਰੇ ਦਾ ਇੱਕ ਬਿਆਨ ਪੜ੍ਹਿਆ ਤੁਸੀਂ ਪਿਛਲੇ ਦਿਨਾਂ 'ਚ, ਉਹ ਕਹਿੰਦਾ ਮੇਰੇ ਰਿਸ਼ਤੇਦਾਰਾਂ ਦੇ ਮਗਰ ED ਤੁਰੇ ਫਿਰਦੇ, ਜੇ ਗ੍ਰਿਫਤਾਰ ਕਰਨਾ ਤੁਸੀਂ ਮੈਨੂੰ ਕਰੋ।
ਇੱਕ ਮੁੱਖ ਮੰਤਰੀ ਨੂੰ ਇਹ ਕਹਿਣਾ ਪੈ ਰਿਹਾ। ਸ਼ਰਦ ਪਵਾਰ ਦਾ ਬਿਆਨ ਆ ਗਿਆ ਕਿ ਬੀਬੀ ਮਮਤਾ ਬੈਨਰਜੀ ਜੋ ਗੱਲ ਕਹਿੰਦੀ ਹੈ ਕਿ ਸਾਰੀਆਂ ਧਿਰਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ, ਗੱਲ ਉਹਦੀ ਠੀਕ ਹੈ, ਪਰ ਉਹ ਵੀ ਹੁਣ ਕਿਉਂ ਕਹਿੰਦਾ? ਉਹ ਕਹਿੰਦਾ ਕਿਉਂਕਿ ਉੱਥੇ ਜਿਹੜੇ 2 ਵਜ਼ੀਰ ਫੜ ਲਏ ਹੋਏ ਇਹਨਾਂ ਦੀ ਪਾਰਟੀ ਦੇ, ਉੱਥੇ ਫੜ ਕੇ ਅੰਦਰ ਕੀਤੇ ਹੈ ਨਾ, ਨਵਾਬ ਮਲਕ ਤੇ ਇੱਕ ਹੋਰ। ਅੱਛਾ ਜੀ। ਉਹ ਇਹਨਾਂ ਦੀ ਪਾਰਟੀ ਦੇ ਹੈਗੇ। ਸੋ ਕੁੱਲ ਮਿਲਾ ਕੇ ਹੁਣ ਬੀਬੀ ਮਮਤਾ ਬੈਨਰਜੀ ਨੇ ਜਿਹੜੀ ਚਿੱਠੀ ਲਿਖੀ ਹੈ ਸਾਰੀਆਂ ਪਾਰਟੀਆਂ ਨੂੰ, ਉਹਦੇ ਵਿੱਚ ਕਾਂਗਰਸ ਪਾਰਟੀ ਵੀ ਸ਼ਾਮਲ ਹੈ। ਅੱਛਾ ਜੀ। ਉਹਨੂੰ ਅਹਿਸਾਸ ਹੋ ਗਿਆ ਕਿ ਸਮੁੱਚੀ ਆਪੋਜੀਸ਼ਨ ਬਗੈਰ ਸਰਦਾ ਨਹੀਂ। ਆਪੋਜੀਸ਼ਨ ਨੂੰ ਇਕੱਠਿਆਂ ਕਰਨੀ। ਉਹਦੇ ਵਿੱਚੋਂ ਗੱਲ ਕੀ ਕਹਿੰਦੀ ਹੈ? ਉਹ ਕਹਿੰਦੀ ਹੈ ਵੀ ਸਾਨੂੰ ਇਕਜੁੱਟ ਸਿਧਾਂਤਕ ਤੇ ਮਜ਼ਬੂਤ ਵਿਰੋਧੀ ਧਿਰ ਜਿਹੜੀ ਆ ਬੀਜੇਪੀ ਦੀ ਸਰਕਾਰ ਹੈ, ਅਜਿਹੀ ਸਰਕਾਰ ਦਾ ਰਾਹ ਪੱਧਰਾ ਕਰੂਗੀ ਜਿਸ ਦੀ ਮੁਲਕ ਨੂੰ ਲੋੜ ਹੈ। ਜੀ ਭਾਜਪਾ ਦੇ ਵਿਰੋਧ ਵਿੱਚ। ਤੇ ਉਹਨੇ ਨਾਲ ਅੱਗੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ CBI ਤੇ CBC ਜਿਹੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਦੇਸ਼ ਦੇ ਤਾਣੇ ਬਾਣੇ ਤੇ ਹਮਲੇ ਕੀਤੇ ਜਾ ਰਹੇ ਹਨ ਜੀ, ਤਾਂ ਜੋ ਸਿਆਸੀ ਵਿਰੋਧੀਆਂ ਨੂੰ ਪਰੇਸ਼ਾਨ ਕਰਕੇ ਖੁੱਡੇ ਲਾਇਆ ਜਾ ਸਕੇ। ਹੁਣ ਦਾਨੇਵਾਲੀਆ ਸਾਹਿਬ, ਇਹ ਬੀਬੀ ਮਮਤਾ ਬੈਨਰਜੀ ਹੁਣ ਕਹਿੰਦੀ ਹੈ ਜੀ ਕਿ ਸਿਆਸੀ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਲਈ ਖੁੱਡੇ ਲਾਇਆ ਜਾਵੇ, ਪਰ ਅਸੀਂ ਇਹ ਗੱਲ ਪਹਿਲਾਂ ਆਪਾਂ ਕਹਿ ਚੁੱਕੇ ਕਿ ਸੰਵਿਧਾਨਕ ਸੰਸਥਾਵਾਂ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ। ਜਦੋਂ ਸੰਵਿਧਾਨਕ ਸੰਸਥਾਵਾਂ ਨੂੰ ਤਹਿਸ-ਨਹਿਸ ਕੀਤਾ ਜਾਂਦਾ, ਦੇਸ਼ ਦੇ ਲੋਕਤੰਤਰ ਵਾਸਤੇ ਸਭ ਤੋਂ ਖਤਰਨਾਕ ਉਹ ਹੁੰਦਾ ਹੈ ਸੰਵਿਧਾਨਕ ਜਿਹੜੀ ਹੈਗੀ ਹੈ ਪ੍ਰਥਾ, ਸੰਵਿਧਾਨਕ ਜਿਹੜੀਆਂ ਰਵਾਇਤਾਂ, ਉਹਦੇ ਲਈ ਸਭ ਤੋਂ ਖਤਰਨਾਕ ਹੁੰਦਾ ਹੈ। ਇਹ ਚਿੱਠੀ ਬੀਬੀ ਨੇ ਲਿਖੀ ਸੀ 27 ਤਾਰੀਖ ਨੂੰ ਵੀ ਸਾਨੂੰ ਸਭ ਨੂੰ ਇਕਮਿੱਠ ਹੋ ਜਾਣਾ ਚਾਹੀਦਾ ਹੈ। ਮੀਡੀਆ ਨੂੰ ਹੁਣ ਉਹਨੇ ਜਗ ਜ਼ਾਹਰ ਕੀਤੀ ਹੈ। ਖੈਰ ਫਿਰ ਵੀ ਮੈਂ ਸਮਝਦਾ ਕਿ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆਵੇ ਤਾਂ ਉਹਨੂੰ ਭੁੱਲਿਆ ਨਹੀਂ ਕਿਹਾ ਜਾ ਸਕਦਾ। ਬੀਬੀ ਮਮਤਾ ਬੈਨਰਜੀ ਨੇ ਜੋ ਕੁਛ ਕਿਹਾ ਇਹਨੂੰ ਆਪੋਜੀਸ਼ਨ ਕਿੰਨਾ ਕੁ ਹੁੰਗਾਰਾ ਦਿੰਦੀ ਹੈ ਜੀ। ਇਹ ਸ਼ਰਦ ਪਵਾਰ ਨੇ ਕਿਹਾ ਅੱਜ ਦੀ ਮੀਟਿੰਗ, ਜਿਹੜਾ ਅੱਜ ਪਾਰਲੀਮੈਂਟ ਦਾ ਸੈਸ਼ਨ ਜੁੜਿਆ ਹੋਇਆ ਹੈ, ਉਹਨੇ ਕਿਹਾ ਵੀ ਕੱਲ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਕੁਝ ਮੁੱਦੇ ਉਠਾਵਾਂਗੇ। ਅੱਛਾ ਜੀ। ਉੱਥੇ ਦੇਖਾਂਗੇ ਕਿ ਆਪੋਜੀਸ਼ਨ ਦਾ ਰੋਲ ਕੀ ਹੈ। ਪਰ ਦਾਨੇਵਾਲੀਆ ਜੀ, ਕਿ ਤੁਸੀਂ ਵੀ ਜਾਣਦੇ ਹੋ ਕਿ ਜਿਹਦੇ ਕੋਲ ਸੱਤਾ ਹੁੰਦੀ ਹੈ ਨਾ, ਹਾਂਜੀ, ਸੱਤਾ ਦੀ ਡਾਂਗ ਜਿਹਦੇ ਕੋਲੇ ਹੁੰਦੀ ਹੈ ਉਹ ਹੱਕਣ ਜਾਣਦਾ। ਡਾਡੇ ਦਾ ਸੱਤੀ ਵੀ 100 ਐਵੇਂ ਤਾਂ ਨਹੀਂ ਬਣਿਆ। ਉਹ ਨਾਲ ਦੀ ਨਾਲ ਹੀ ਪਾਰਟੀਆਂ ਦੇ ਵਿੱਚ ਟੁੱਟ ਭੱਜ ਵੀ ਕਰਵਾ ਦਿੰਦਾ ਹੈ। ਪਾਰਟੀਆਂ ਦੇ ਵਿੱਚ ਜਿਹੜੀ ਯੂਨਿਟੀ ਬਣਦੀ ਹੁੰਦੀ ਹੈ ਉਹਨੂੰ ਵੀ ਕਰਵਾ ਦਿੰਦਾ ਤੇ ਬੜੀਆਂ ਫੈਲਾ ਫੂਲਾਂ ਵੀ ਹਿਲਾ ਲੈਂਦੇ ਤੇ ਕੰਮ ਧੰਦੇ ਵੀ ਕੱਢ ਦਿੰਦੇ ਹੁੰਦੇ। ਆਪਾਂ ਵੱਡੀਆਂ ਪਾਰਟੀਆਂ ਦੇਖੀਆਂ, ਉਹ ਵੱਡੀਆਂ ਪਾਰਟੀਆਂ ਵਾਲੇ ਵੀ ਉਹਨੂੰ ਸਾਧ ਲੈਂਦੀ ਹੁੰਦੀ ਹੈ ਸਰਕਾਰ, ਆਪਦੇ ਮੁਤਾਬਕ ਤੋਰ ਲੈਂਦੇ ਤੇ ਸਰਕਾਰ ਤਾਂ ਤੋਰ ਲੈਂਦੀ। ਹੁਣ ਕਹਿੰਦੇ ਹਰਸਿਮਰਤ ਬਾਦਲ ਵੀ ਕਹਿੰਦੇ ਜੀ ਗੱਲ ਕਰਨ ਲੱਗ ਪਈ ਹੈ ਪੰਜਾਬ ਦੀ। ਬਿਲਕੁਲ ਜੀ। ਉਹ ਚੰਡੀਗੜ੍ਹ ਦਾ ਮੁੱਦਾ ਜਿਹੜਾ ਹੈਗਾ, ਚੰਡੀਗੜ੍ਹ ਦੇ ਮੁੱਦੇ ਨੂੰ ਕੱਲ ਹਰਸਿਮਰਤ ਬਾਦਲ ਹੋਰਾਂ ਨੇ ਬਹੁਤ ਜ਼ੋਰ ਸ਼ੋਰ ਦੇ ਨਾਲ ਉਠਾਇਆ ਹੈ ਜੀ ਪਾਰਲੀਮੈਂਟ ਦੇ ਵਿੱਚ। ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ 1966 ਵਾਲਾ ਪੰਜਾਬ ਦਾ ਰੀਆਰਗਨਾਈਜੇਸ਼ਨ ਐਕਟ ਹੈ ਜੀ, ਇਹ ਉਸ ਐਕਟ ਦੀ ਘੋਰ ਉਲੰਘਣਾ ਹੈ। ਕਿਉਂਕਿ ਉਸ ਐਕਟ ਦੇ ਰਾਹੀਂ ਇਹ ਗੱਲ ਕਹੀ ਗਈ ਸੀ ਕਿ ਚੰਡੀਗੜ੍ਹ ਹੈ ਜਿਹੜਾ ਜੀ, ਇਹ ਪੰਜਾਬ ਤੇ ਹਰਿਆਣਾ ਦੀ ਆਰਜੀ ਰਾਜਧਾਨੀ ਹੈ। ਔਰ ਇਹਦੇ ਵਿੱਚ ਜਿਹੜੀ ਮੁਲਾਜ਼ਮਾਂ ਦੀ ਤਾਇਨਾਤੀ ਹੋਊਗੀ ਉਹ 60-40 ਦੀ ਰੇਸ਼ੋ ਨਾਲ ਹੋਊਗੀ। ਅੱਛਾ ਜੀ। ਪੰਜਾਬ ਦੇ 60% ਹੋਣਗੇ, ਹਰਿਆਣੇ ਦੇ 40% ਹੋਣਗੇ, ਸੈਂਟਰ ਦਾ ਉਹਦੇ ਵਿੱਚ ਕੋਈ ਵੀ ਨਹੀਂ ਹੋਊਗਾ ਜੀ। ਪਰ ਪਿਛਲੇ ਸਮੇਂ 'ਚ ਦਾਨੇਵਾਲੀਆ ਸਾਹਿਬ ਆਪਾਂ ਜਦੋਂ ਦੇਖਦੇ ਆ ਰਹੇ ਹਾਂ, ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਵਜ਼ੀਰ ਹੁੰਦੀ ਸੀ, ਹਾਂਜੀ, ਉਸ ਵੇਲੇ ਪੰਜਾਬ ਦੇ ਹੱਕਾਂ ਦੇ ਉੱਤੇ ਡਾਕੇ ਪੈਣੇ ਸ਼ੁਰੂ ਹੋ ਗਏ ਸੀ ਕੇਂਦਰ ਵੱਲੋਂ। ਹੋ ਗਏ ਸੀ ਪਰ ਬੋਲਿਆ ਕੋਈ ਨਾ। ਉਦੋਂ ਬਾਹਰਲੇ ਪਾਸੋਂ DSP ਲਿਆਉਣੇ ਸ਼ੁਰੂ ਕਰਤੇ ਸੀ। DSP ਜਿਹੜੇ ਬਾਹਰਲੇ ਨਹੀਂ ਸੀ, ਆਪ ਹੀ ਲਈ ਜਾਂਦੇ ਸੀ ਤੇ ਆਪ ਹੀ ਲਈ ਜਾਂਦੇ ਸੀ। ਹੁਣ ਵੱਡੀ ਪ੍ਰੋਬਲਮ ਕੀ ਹੈ ਵੀ ਉਦੋਂ ਵੀ ਹਰਸਿਮਰਤ ਬਾਦਲ ਕਿਉਂ ਨਹੀਂ ਬੋਲੇ ਸੀ ਜੀ? ਸ਼ਾਇਦ ਤੁਹਾਡੇ ਯਾਦ ਹੋਣਾ ਉਹਨਾਂ ਦਿਨਾਂ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਕੇਸ ਵੀ ਚੱਲਦਾ ਸੀ। ਉਦੋਂ ਵਿਕਰਮ ਸਿੰਘ ਮਜੀਠੀਆ ਨੂੰ ਸਮਨ ਕਰ ਲਿਆ ਸੀ। ਹਾਂਜੀ। ਇੱਕ ਵਾਰੀ ਵਿਕਰਮ ਸਿੰਘ ਮਜੀਠੀਆ ਆ ਗਿਆ ਸੀ ਔਰ ਉਹ ਸਿਆਲ ਦਾ ਮੌਕਾ ਸੀ ਜੀ, ਤੇ ਅੰਦਰੋਂ ਕਹਿੰਦੇ ਕਈ ਵਾਰੀ ਪਾਣੀ ਪੀਤਾ ਸੀਗਾ ਤੇ ਬਾਹਰ ਨਿਕਲ ਵੇਲੇ ਮੱਥੇ ਦੇ ਉੱਤੇ ਕਹਿੰਦੇ ਪਸੀਨੇ ਦੇ ਵੀ ਅੰਸ਼ ਸੀਗੇ ਜੀ। ਬਾਅਦ ਦੇ ਵਿੱਚ ਫਿਰ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਸਮਨ ਕੀਤਾ ਗਿਆ, ਪਰ ਉਸ ਤੋਂ ਪਹਿਲਾਂ ਨਰਿੰਦਰ ਸਿੰਘ ਦੀ ਟਰਾਂਸਫਰ ਵੀ ਹੋ ਗਈ ਸੀ। ਨਵਕਿਰਨ ਸਿੰਘ ਉਸ ਮਾਮਲੇ ਨੂੰ ਲੈ ਕੇ ਗਿਆ ਸੀ ਹਾਈ ਕੋਰਟ ਦੇ ਵਿੱਚ ਤੇ ਉਹਦੇ ਤੇ ਸਟੇ ਲੱਗ ਗਈ ਸੀ। ਫਿਰ ਜਦੋਂ ਨਰਿੰਦਰ ਸਿੰਘ ਪੁੱਛਗਿੱਛ ਕਰਨ ਲੱਗਿਆ ਸੀ ਦੂਜੀ ਵਾਰੀ, ਤੇ ਦਿੱਲੀੋਂ ਇੱਕ ਹੋਰ ਅਫਸਰ ਆ ਕੇ ਨਾਲ ਬਹਿ ਗਿਆ ਸੀ। ਉਹ ਅਫਸਰ ਨੇ ਵੀ ਆ ਕੇ ਗੇੜ-ਵੇੜ ਸ਼ੁਰੂ ਕੀਤਾ ਕਰਾਇਆ। ਇਹ ਜਿਹੜਾ ਸਾਰਾ ਕੁਛ ਜਿਹੜੀਆਂ ਤੁਹਾਨੂੰ ਰਾਹਤਾਂ ਮਿਲਦੀਆਂ ਰਹੀਆਂ, ਉਹਨਾਂ ਰਾਹਤਾਂ ਦੇ ਚੱਲਦਿਆਂ ਹੀ ਅਸੀਂ ਪੰਜਾਬ ਦੇ ਹਿੱਤਾਂ ਦੇ ਨਾਲ ਜਿਹੜੀ ਅਣਹੋਣੀ ਹੋ ਰਹੀ ਸੀ ਉਹਨੂੰ ਬਰਦਾਸ਼ਤ ਕੀਤਾ। ਹੁਣ ਬੀਬੀ ਹਰਸਿਮਰਤ ਬਾਦਲ ਨੇ ਇੱਕ ਗੱਲ ਹੋਰ ਵੀ ਕਹੀ ਹੈ ਜੀ, ਕਹਿੰਦੀ ਜੀ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚ ਇਹ ਗੱਲ ਕਹੀ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਊਗਾ ਜੀ। 1986 ਦੇ ਵਿੱਚ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਹੋਣਾ ਸੀ। ਇਹ ਰਾਜੀਵ ਲੌਂਗੋਵਾਲ ਸਮਝੌਤੇ 'ਚ ਗੱਲ ਕਹੀ ਸੀ ਜੀ। ਪਰ ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਹੈ, ਉਸ ਸਮਝੌਤੇ ਦਾ ਸਭ ਤੋਂ ਵੱਡਾ ਵਿਰੋਧ ਕਿਹਨੇ ਕੀਤਾ ਸੀ? ਅੱਛਾ ਜੀ। ਸਭ ਤੋਂ ਵੱਡਾ ਵਿਰੋਧ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਨੇ।
ਜਥੇਦਾਰ ਗੁਰਚਰਨ ਸਿੰਘ ਟੌੜਾ ਵੀ ਉਹਨਾਂ ਦੇ ਨਾਲ ਸੀ। ਹੂੰ ਇੱਕ ਵਾਰੀ ਵਿਰੋਧ ਕਰਤਾ ਹੂੰ ਤੇ ਸੁਰਜੀਤ ਸਿੰਘ ਬਰਨਾਲਾ, ਕਿਉਂਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ਹੋ ਗਈ ਸੀ ਜੀ ਔਰ ਸੁਰਜੀਤ ਸਿੰਘ ਬਰਨਾਲਾ ਨੂੰ ਕੇਂਦਰ ਦੀ ਸਰਪ੍ਰਸਤੀ ਸੀ। ਹੂੰ ਕੇਂਦਰ ਨੇ ਫੈਸਲਾ ਇਹ ਕਰ ਹੀ ਲਿਆ ਸੀ ਜੀ। ਉਦੋਂ ਦੀ ਕੇਂਦਰ ਦੀ ਸਰਕਾਰ ਨੇ ਕਿ ਆਪਾਂ ਪੰਜਾਬ ਜਿਹੜਾ ਹੈਗਾ ਉਹ ਅਕਾਲੀ ਦਲ ਦੇ ਸਪੁਰਦ ਕਰਨਾ ਹੈ ਜੀ ਤੇ ਅਕਾਲੀ ਦਲ ਦਾ ਸਰਦਾ ਸੁਰਜੀਤ ਸਿੰਘ ਬਰਨਾਲਾ ਸੀ ਹਾਂਜੀ। ਇਸ ਕਰਕੇ ਬਰਨਾਲਾ ਸਾਹਿਬ ਨੇ ਉਦੋਂ ਇੱਕ ਕੰਡੀਸ਼ਨ ਲਾਤੀ। ਹੂੰ ਬਰਨਾਲਾ ਸਾਹਿਬ ਨੇ ਕਹਿ ਦਿੱਤਾ ਕਿ ਸਿਰਫ ਉਹਨਾਂ ਬੰਦਿਆਂ ਨੂੰ ਟਿਕਟਾਂ ਮਿਲਣਗੀਆਂ ਜਿਹੜੇ ਬੰਦੇ ਨਾਲ ਇਹ ਹਲਫਨਾਮਾ ਲਾਉਣਗੇ ਹੂੰ ਆਪਣੀ ਐਪਲੀਕੇਸ਼ਨ ਦੇ ਕਿ ਅਸੀਂ ਰਾਜੀਵ ਲੌਂਗੋਵਾਲ ਸਮਝੌਤੇ ਦਾ ਸਤਿਕਾਰ ਕਰਦੇ ਹਾਂ ਤੇ ਇਹਨੂੰ ਮੰਨਦੇ ਹਾਂ। ਅੱਛਾ ਜੀ। ਪਹਿਲਾਂ ਬਾਦਲ ਸਾਹਿਬ ਨੇ ਵਿਰੋਧ ਕੀਤਾ ਜਦੋਂ ਇਲੈਕਸ਼ਨ ਲੜਨੀ ਸੀ ਤੇ ਫਿਰ ਨਾਲ ਉਹ ਵੀ ਲਾਤਾ ਸੀ ਜੀ। ਇਲੈਕਸ਼ਨ ਲੜੀ, ਇਲੈਕਸ਼ਨ ਲੜਨ ਤੋਂ ਬਾਅਦ ਜਦੋਂ ਫਿਰ ਮੁੱਖ ਮੰਤਰੀ ਬਣਨ ਦਾ ਸਮਾਂ ਆਇਆ ਕਿਉਂਕਿ ਕੇਂਦਰ ਬਰਨਾਲਾ ਸਾਹਿਬ ਦੇ ਨਾਲ ਖੜੋਤਾ ਸੀ ਜੀ ਤੇ ਮੁੱਖ ਮੰਤਰੀ ਬਰਨਾਲਾ ਸਾਹਿਬ ਬਣ ਗਏ, ਬਾਦਲ ਸਾਹਿਬ ਰਹਿ ਗਏ। ਇਹ ਤੋਂ ਬਾਅਦ ਫਿਰ ਤੁਸੀਂ ਦੇਖੋ ਕਿ ਬਾਦਲ ਸਾਹਿਬ ਨੇ ਬਰਨਾਲਾ ਸਾਹਿਬ ਨੂੰ ਰਾਜ ਭਾਗ ਨਹੀਂ ਕਰਨ ਦਿੱਤਾ ਸੀ। ਬਰਨਾਲਾ ਸਾਹਿਬ ਤੋਂ ਗਲਤੀ ਇਹ ਹੋ ਗਈ ਕਿ 1986 ਵਾਲੀ ਜਦੋਂ ਡੇਟ ਆ ਗਈ ਸੀ, ਜਿਸ ਡੇਟ ਦੇ ਉੱਤੇ ਸਾਰੇ ਇਸ਼ਤਿਹਾਰ ਵਗੈਰਾ ਵੀ ਜਾਰੀ ਕਰ ਦਿੱਤੇ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਹੈ, ਜੇ ਉਦੋਂ ਚੰਡੀਗੜ੍ਹ ਪੰਜਾਬ ਨੂੰ ਨਹੀਂ ਸੀ ਮਿਲਿਆ ਉਹ ਅਸਤੀਫਾ ਦੇ ਦਿੰਦੇ ਤੇ ਉਹ ਹੀਰੋ ਬਣ ਜਾਂਦੇ। ਪਰ ਉਹਨਾਂ ਨੇ ਅਸਤੀਫਾ ਨਹੀਂ ਸੀ ਦਿੱਤਾ। ਉਹਦਾ ਖਮਿਆਜਾ ਉਹਨਾਂ ਨੇ ਇਹ ਭੁਗਤਣਾ ਪਿਆ ਕਿ 1996 ਦੇ ਵਿੱਚ ਜਦੋਂ ਕਿਸੇ ਵੀ ਪਾਰਟੀ ਕੋਲੇ ਬਹੁਮਤ ਨਹੀਂ ਆਇਆ ਸੀ 1996 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ, ਤੇ ਉਦੋਂ ਰੀਜਨਲ ਪਾਰਟੀਆਂ ਨੇ ਫੈਸਲਾ ਕਰ ਲਿਆ ਸੀ ਕਿ ਆਪਾਂ ਫੈਡਰਲਿਜ਼ਮ ਦੀ ਗੱਲ ਕਰਦੇ ਹਾਂ, ਆਪਾਂ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ ਤੇ ਆਪਣੇ ਕੋਲ ਇੰਨੀ ਕੁ ਸ਼ਕਤੀ ਹੈਗੀ ਹੈ ਕਿ ਆਪਾਂ ਇਕੱਠੇ ਹੋ ਕੇ ਆਪਣਾ ਮੋਰਚਾ ਬਣਾ ਲਈਏ ਤੇ ਦੂਜੀਆਂ ਪਾਰਟੀਆਂ ਦੀ ਮਜਬੂਰੀ ਹੋ ਜੂ ਆਪਾਂ ਨੂੰ ਹਮਾਇਤ ਦੇਣੀ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੈ ਜਾਂ ਕਾਂਗਰਸ ਦੇ ਖਿਲਾਫ ਹੈ ਤੇ ਆਪਾਂ ਆਪਦੀ ਸਰਕਾਰ ਬਣਾ ਸਕਦੇ ਹਾਂ। ਤੇ ਗੱਲ ਆ ਗਈ ਸੀ ਪ੍ਰਧਾਨ ਮੰਤਰੀ ਕਿਹਨੂੰ ਬਣਾਇਆ ਜਾਵੇ, ਉਹ ਕਹਿੰਦੇ ਵੀ ਆਹ ਸੁਰਜੀਤ ਸਿੰਘ ਬਰਨਾਲਾ ਜਿਹੜਾ ਤਜਰਬੇਕਾਰ ਇਹਨੂੰ ਬਣਾ ਲਈਏ। ਤੇ ਵਿਰੋਧ ਕਿਹਨੇ ਕੀਤਾ ਸੀ? ਪ੍ਰਕਾਸ਼ ਸਿੰਘ ਬਾਦਲ ਨੇ। ਉਦੋਂ ਬਾਦਲ ਸਾਹਿਬ ਨੇ ਕਹਿ ਦਿੱਤਾ ਸੀਗਾ ਜੀ ਅਸੀਂ ਅਨਕੰਡੀਸ਼ਨਲ ਸਪੋਰਟ ਦਿੰਦੇ ਆ ਬੀਜੇਪੀ ਨੂੰ। ਸੋ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਹੋਈਆਂ ਗੰਢਾਂ ਹੁਣ ਉਹ ਖੋਲਣ ਦਾ ਯਤਨ ਕਰਦੇ, ਹੁਣ ਕੌਣ ਪੁੱਛਦਾ ਹੈ? ਇਹ ਤੋਂ ਪਹਿਲਾਂ ਆਪਾਂ ਦੇਖੀਏ ਤਾਂ ਇਹੀ ਚੀਜ਼ ਹੈ ਜਿਹੜੀ ਅੱਜ ਅਕਾਲੀ ਦਲ ਦੀ ਹਾਲਤ ਬਣੀ ਹੈ। ਪਿਛਲੀ ਵਾਰੀ ਸੀਟਾਂ 15 ਸੀ ਜੀ, ਵਿਰੋਧੀ ਧਿਰ ਦਾ ਰੁਤਬਾ ਉਦੋਂ ਵੀ ਨਹੀਂ ਸੀ ਮਿਲਿਆ ਤੇ ਅੱਜ ਜੇ 15 ਤੋਂ ਘੱਟ ਕੇ 3 ਤੇ ਆ ਗਏ ਹੈ। ਉਹਦਾ ਆਉਣ ਦਾ ਵੱਡਾ ਕਾਰਨ ਵੀ ਇਹੀ ਹੈ ਕਿ ਤੁਸੀਂ ਲੋਕਾਂ ਦੀ ਨਬਜ਼ ਨੂੰ ਨਹੀਂ ਸਮਝਿਆ, ਲੋਕਾਂ ਦੀ ਪ੍ਰਤੀਨਿਧਤਾ ਨਹੀਂ ਕੀਤੀ, ਤੁਸੀਂ ਆਪਣੇ ਹਿੱਤਾਂ ਨੂੰ ਮੁੱਖ ਰੱਖਿਆ ਬੀਬਾ ਜੀ। ਤੇ ਉਦੋਂ ਤੁਸੀਂ ਉਹਨਾਂ ਕਾਲੇ ਕਾਨੂੰਨਾਂ ਦੀ ਹਮਾਇਤ ਕਰਦੇ ਸੀ ਜਿਹੜੇ ਕਾਲੇ ਕਾਨੂੰਨ ਕਿਸਾਨੀ ਦੇ ਗਲ ਦੇ ਵਿੱਚ ਗੂਠਾ ਦਿੰਦੇ ਸੀ। ਠੀਕ ਹੈ ਨਾ? ਤੇ ਹੁਣ ਤੁਸੀਂ ਜੋ ਮਰਜ਼ੀ ਕਹੀ ਜਾਓ, ਹੁਣ ਤੁਹਾਡਾ ਜਿਹੜਾ ਹੈਗਾ ਭਰੋਸਾ, ਲੋਕਾਂ ਦਾ ਭਰੋਸਾ ਤੁਹਾਡੇ 'ਚ ਟੁੱਟ ਚੁੱਕਿਆ। ਜਦੋਂ ਕਹਿੰਦੇ ਨੇ ਨਾ ਕਿਸੇ ਪਾਰਟੀ ਦੀ ਕਿਸੇ ਲੀਡਰ ਦੀ ਕ੍ਰੈਡੀਬਿਲਿਟੀ ਨਾ ਰਵੇ, ਉਦੋਂ ਜੋ ਮਰਜ਼ੀ ਕਹੀ ਜਾਵੇ। ਮੈਨੂੰ ਬੋਲਣ ਵਾਲੀ ਗੱਲ ਕਰੀਏ ਤਾਂ ਵੀਰ ਦਵਿੰਦਰ ਸਿੰਘ ਬਹੁਤ ਸੋਹਣਾ ਬੋਲਦਾ, ਬਹੁਤ ਸੋਹਣਾ, ਉਹਦੇ ਵਧੀਆ ਤਾਂ ਪਾਰਲੀਮੈਂਟੇਰੀਅਨ ਕੋਈ ਨਹੀਂ ਬੋਲਦਾ, ਨਹੀਂ ਲਿਖਦਾ ਵੀ ਬਹੁਤ ਸੋਹਣਾ ਹੈ। ਸੁਖਪਾਲ ਸਿੰਘ ਖਹਿਰਾ ਵੀ ਬਹਿ ਜਾ ਕਰਵਾ ਦਿੰਦਾ, ਪਰ ਲੋਕ ਵਿਸ਼ਵਾਸ ਕਿਉਂ ਨਹੀਂ ਕਰਦੇ? ਵਿਸ਼ਵਾਸ ਇਸ ਕਰਕੇ ਨਹੀਂ ਕਰਦੇ ਕਿਉਂਕਿ ਰੌਲਾ ਭਰੋਸੇ ਦਾ। ਜਦੋਂ ਭਰੋਸਾ ਨਾ ਰਵੇ, ਕਈ ਲੋਕ ਇਹੋ ਜਿਹੇ ਹੁੰਦੇ ਆ ਵੋਟਰਾਂ ਦੇ ਵਿੱਚ ਨਹੀਂ ਜਿੱਤਦੇ, ਪਰ ਉਹ ਜਦੋਂ ਬੋਲਦੇ ਤੇ ਉਹਨਾਂ ਨੂੰ ਲੋਕ ਕਹਿੰਦੇ ਯਾਰ ਆਹ ਬੰਦਾ ਗੱਲ ਠੀਕ ਕਰਦਾ, ਉਹ ਉਹਦੇ 'ਚ ਭਰੋਸਾ ਪ੍ਰਗਟ ਕਰ ਦਿੰਦੇ। ਹਾਲਾਂਕਿ ਉਹ ਬੰਦੇ ਇਲੈਕਸ਼ਨ ਲੜਨ ਵਾਲੇ ਨਹੀਂ ਹੁੰਦੇ। ਹੁਣ ਆਪਾਂ ਰਾਮਚੰਦਰ ਗੂਹੇ ਦੀ ਗੱਲ ਕਰ ਲੈਂਦੇ ਹਾਂ, ਆਪਾਂ ਵੱਡੇ ਵੱਡੇ ਸਾਹਿਤਕਾਰਾਂ ਦੀ ਗੱਲ ਕਰ ਲੈਂਦੇ ਹਾਂ। ਉਹਨਾਂ ਨੂੰ ਜੇ ਆਪਾਂ ਕਿਉਂ ਉਹ ਵੋਟਾਂ 'ਚ ਤਾਂ ਖੜੇ ਨਹੀਂ ਹੁੰਦੇ, ਉਹ ਲੀਡਰ ਨਹੀਂ ਹੈ। ਪੱਤਰਕਾਰਾਂ ਦੇ ਵਿੱਚੋਂ ਆਪਾਂ ਰਵੀਸ਼ ਕੁਮਾਰ ਦੀ ਗੱਲ ਕਰਦੇ ਹਾਂ, ਸਰ ਰਾਜਦੀਪ ਸਰ ਡਸਾਈ ਦੀ ਗੱਲ ਕਰਦੇ ਹਾਂ, ਜਾਂ ਵਿਨੋਦ ਸ਼ਰਮਾ ਹਿੰਦੁਸਤਾਨ ਟਾਈਮਜ਼ ਦੇ ਪੋਲੀਟੀਕਲ ਐਡੀਟਰ, ਉਹਨਾਂ ਦੀ ਗੱਲ ਕਰਦੇ ਕਿ ਉਹਨਾਂ ਦੀ ਕ੍ਰੈਡੀਬਿਲਿਟੀ ਬਣੀ ਹੋਈ ਹੈ। ਲਿਖਣ ਵਾਲੇ ਤੇ ਪੜ੍ਹਨ ਵਾਲੇ ਤਾਂ ਆਪਣੇ ਵਰਗੇ ਬਥੇਰੇ ਹੈਗੇ। ਲੋਕ ਵਿਸ਼ਵਾਸ ਕਿਉਂਕਿ ਜਦੋਂ ਵਿਸ਼ਵਾਸ ਨਾ ਰਹੇ ਕਿਸੇ ਦਾ, ਉਹਦੀ ਗੱਡੀ ਨਹੀਂ ਚੱਲਦੀ। ਤੇ ਜਦੋਂ ਤੁਸੀਂ ਵਿਸ਼ਵਾਸ ਬਣਾ ਲਓ, ਸਾਡੀ ਗੱਲ ਹੁਣ ਬੀਬੀ ਜੀ ਨੇ ਗੱਲ ਤਾਂ ਕਹੀ ਹੈ, ਪਰ ਗੱਲ ਇਹ ਰੌਲਾ ਵਿਸ਼ਵਾਸ ਦਾ ਹੈ। ਲੋਕਾਂ ਨੇ ਕਿਉਂ ਨਾ, ਦਿੱਲੀ ਵਾਲੇ ਵੀ ਉਹ ਕਿਹੜਾ ਪਾਰਲੀਮੈਂਟ ਦੇ ਵਿੱਚ ਕਿਹੜਾ ਸੁਣਦੇ। ਕੁੱਲ ਮਿਲਾ ਕੇ ਜੇ ਆਪਾਂ ਦੇਖੀ 3 ਸੀਟਾਂ ਸਾਡੇ ਕੋਲੇ ਆਪਣੀਆਂ ਵਿਧਾਨ ਸਭਾ ਦੀਆਂ ਤੇ ਪਾਰਲੀਮੈਂਟ ਦੇ ਵਿੱਚ 2 ਸੀਟਾਂ। ਉਹ 2 ਸੀਟਾਂ ਦੇ ਵਿੱਚ ਵੀ ਜਦੋਂ ਬੀਜੇਪੀ ਵਾਲੇ ਦੇਖਦੇ ਹੋ ਨਾਲ ਦੀ ਨਾਲ ਕਹਿੰਦੇ ਹੁੰਦੇ ਜੀ ਇਹ ਤਾਂ ਸਾਡੀ ਮਦਦ ਨਾਲ ਹੀ ਬਣੇ, ਤੁਹਾਡੇ ਕੋਲੇ ਆਪਦੇ ਕੋਲੇ ਤਾਂ ਕੁਝ ਵੀ ਨਹੀਂ ਹੈ। ਇਸ ਕਰਕੇ ਦਾਨੇਵਾਲੀਆ ਸਾਹਿਬ ਹੁਣ ਜੋ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਜੋ ਮਰਜ਼ੀ ਕਹੀ ਜਾਣ, ਗੱਲ ਬਣਦੀ ਨਹੀਂ। ਤੇ ਢਿੱਲੋਂ ਸਾਹਿਬ ਗੱਲ ਕੀ ਪੰਜਾਬ ਕਾਂਗਰਸ ਕਹਿੰਦੇ ਹੁਣ ਬੇਅਦਬੀ ਦੇ ਮਾਮਲੇ 'ਚ ਆਪ ਨੂੰ ਘੇਰ ਕੇ ਵਿੱਚੋਂ ਪ੍ਰਧਾਨ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਬਾਹਲਾ ਕੁਛ ਕਰ ਰਹੀ ਹੈ ਜੀ ਪੰਜਾਬ ਦੀ ਕਾਂਗਰਸ। ਪਹਿਲੀ ਗੱਲ ਤਾਂ ਇਹ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਹੈ ਜੀ, ਤੇ ਉਹਦੇ ਨਾਲ ਤੁਸੀਂ ਦੇਖੋ ਉਹ 2017 ਕਿ 16 ਦੇ ਵਿੱਚ ਕਾਂਗਰਸ ਪਾਰਟੀ 'ਚ ਆਏ ਸੀ ਤੇ 4-5 ਸਾਲਾਂ ਬਾਅਦ ਹੀ ਉਹਨੂੰ ਪ੍ਰਧਾਨ ਬਣਾ ਦਿੱਤਾ। ਅੱਜ ਇੱਕ ਮੈਂ ਬਿਆਨ ਪੜ੍ਹ ਰਿਹਾ ਸਾਂ, ਉਹ ਬਿਆਨ ਹੈਗਾ ਪ੍ਰਤਾਪ ਸਿੰਘ ਬਾਜਵੇ ਦਾ। ਅੱਛਾ ਜੀ। ਪ੍ਰਤਾਪ ਸਿੰਘ ਬਾਜਵੇ ਨੇ ਇੱਕ ਨਸੀਹਤ ਦਿੱਤੀ ਹੈ, ਇੱਕ ਸਲਾਹ ਦਿੱਤੀ ਹੈ ਕਾਂਗਰਸ ਹਾਈ ਕਮਾਂਡ ਨੂੰ। ਕਹਿੰਦੇ ਜਰਨੈਲ ਦੀ ਥਾਂ ਦੇ ਉੱਤੇ ਜੇ ਕਰਨੈਲ ਦੇ ਹੱਕ ਦੇ ਵਿੱਚ ਗੱਲ 'ਚ ਤੁਸੀਂ ਪੱਲੂ ਪਾਓਗੇ ਨਾ ਤੇ ਉਹ ਪੂਰਾ ਨਹੀਂ ਚੜ੍ਹਦਾ। ਹੁਣ ਜੇ ਜਰਨੈਲ ਤੇ ਕਰਨੈਲ ਆਪਾਂ ਕਹਿ ਦਈਏ ਆਪਣੇ 2 ਨਾਂ ਹੈ,
ਪੰਜਾਬ ਦੇ ਵਿੱਚ ਇੱਕ ਜਰਨੈਲ ਸਿੰਘ ਹੈ ਤੇ ਇੱਕ ਕਰਨੈਲ ਕਰਨੈਲ ਸਿੰਘ ਸਿੰਘ। ਇਹ ਅਸਲ 'ਚ ਸਾਡੇ ਨਾਂ ਨਹੀਂ ਹੈਗੇ। ਸਾਡੇ ਨਾਂ ਤਾਂ ਘਮੰਡਾ ਸਿੰਘ ਗੰਡਾ ਸਿੰਘ ਹੁੰਦੇ ਸੀ। ਜਦੋਂ ਭਾਰਤ ਦੇ ਵਿੱਚ ਅੰਗਰੇਜ਼ ਆਏ ਨਾ, ਉਹ ਜਰਨਲ ਤੇ ਅੰਗਰੇਜ਼ਾਂ ਦੇ ਕਰਨਲ ਅਫਸਰਾਂ ਦੇ ਤੋਂ ਨਾਲ ਉਹ ਜਰਨਲ ਸੀ ਕਰਨਲ ਸੀ, ਤੇ ਉਹਦਾ ਫਿਰ ਆਪਾਂ ਪੰਜਾਬੀਕਰਨ ਕਰ ਲੈਂਦੇ, ਜਰਨੈਲ ਜਰਨਲ ਨੂੰ ਸਿੰਘ, ਜਰਨੈਲ ਕਰਨੈਲ ਕਹਿੰਦੇ, ਕਰਨਲ ਨੂੰ ਕਰਨੈਲ ਕਹਿੰਦੇ, ਤੇ ਉਹ ਜਰਨੈਲ ਕਰਨੈਲ ਜਿਹੜੇ ਆਏ ਸਾਡੇ ਨਾਂ ਬਣ ਗਏ ਸੀ। ਅੱਜ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਜੀ ਜਰਨਲ ਦਾ ਕੰਮ ਜਿਹੜਾ ਜੇ ਤੁਸੀਂ ਕਰਨਲ ਨੂੰ ਦਿਓਗੇ ਤਾਂ ਫਿਰ ਉਹੀ ਕੁਝ ਹੋਊਗਾ। ਕਰਨਲ ਲੜਾਈ ਨਹੀਂ ਲੜ ਸਕਦਾ ਜਿਹੜੀ ਜਰਨਲ ਲੜ ਸਕਦਾ। ਕਮਾਂਡ ਤਾਂ ਜਰਨਲ ਨੇ ਦੇਣੀ, ਕਮਾਂਡ ਦੀ ਗੱਲ ਆ। ਉਹ ਕਹਿੰਦਾ ਵੀ ਕੀ ਕਰੋਗੇ ਹੁਣ। ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈ ਕਮਾਂਡ ਨੇ ਕਮਾਂਡ ਦਿੱਤੀ ਸੀ। ਅੱਛਾ ਜੀ। ਤੇ ਤੁਸੀਂ ਇਹ ਦੇਖੋ ਕਿ ਪਹਿਲੇ ਦਿਨ ਜਦੋਂ ਉਹਨਾਂ ਨੇ ਕਮਾਂਡ ਸੰਭਾਲੀ ਹੈ, ਚਾਰਜ ਲਿਆ ਕਾਂਗਰਸ ਪਾਰਟੀ ਦਾ ਜਿਹੜਾ ਹੈੱਡਕੁਆਟਰ ਹੈ ਕਾਂਗਰਸ ਭਵਨ ਚੰਡੀਗੜ੍ਹ 'ਚ, ਕਿਵੇਂ ਉੱਥੇ ਜਿਹੜੀ ਹੈਗੀ ਉਹਨਾਂ ਦੀ ਬਾਡੀ ਲੈਂਗੁਏਜ ਤੇ ਜਿਵੇਂ ਉਹਨਾਂ ਨੇ ਚਾਰਜ ਸੰਭਾਲਣ ਵੇਲੇ ਹੀ ਕਾਂਗਰਸ ਪਾਰਟੀ 'ਚ ਪਾਟਕ ਪਾਉਣ ਵਾਲੀ ਗੱਲ ਕੀਤੀ ਸੀ ਕਿ ਕਿਸੇ ਦੇ ਪੈਰੀ ਹੱਥ ਲਾਤੇ, ਕਿਸੇ ਨੂੰ ਤੂਤ ਰੱਖ ਕਰਕੇ ਗੱਲ ਕਰ ਰਿਹਾ ਸੀ। ਰੱਫੜ ਸਾਰਾ ਉੱਥੇ ਪੈ ਗਿਆ ਸੀ। ਤੇ ਜਿਹੜੇ ਬੰਦੇ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਪ੍ਰਧਾਨ ਬਣਾਉਣ ਦੀ ਗੱਲ ਚੱਲਦੀ ਸੀ, ਘਰ ਘਰ ਲੈ ਕੇ ਤੁਰੇ ਫਿਰਦੇ ਸੀਗੇ ਚੰਡੀਗੜ੍ਹ ਵਜ਼ੀਰਾਂ ਦੇ ਘਰਾਂ ਦੇ ਵਿੱਚ, ਸੁੱਖੀ ਰੰਧਾਵੇ ਵਰਗਿਆ ਜੋ ਨਾਲ ਕਿੱਥੇ ਹੈ। ਉਹ ਸਾਰੇ ਦੇ ਸਾਰੇ ਜਿਹੜੇ ਬੰਦੇ ਉਦੋਂ ਨਾਲ ਸੀ ਉਹ ਵਿਰੋਧ ਦੇ ਵਿੱਚ ਖੜ ਗਏ। ਕੁੱਲ ਮਿਲਾ ਕੇ ਜੇ ਦੇਖੀਏ ਤਾਂ ਆਪਾਂ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਬੰਦੇ ਕਿੰਨੇ ਕੁ ਸੀ। ਸਭ ਤੋਂ ਨੇੜਲੇ ਬੰਦਿਆਂ ਦੇ ਵਿੱਚੋਂ ਸਰਦਾਰ ਪ੍ਰਗਟ ਸਿੰਘ ਸੀ ਜੀ। ਪ੍ਰਗਟ ਸਿੰਘ ਤੋਂ ਇਲਾਵਾ ਜੇ ਇੱਕ ਦੇਖੀ ਤਾਂ ਇੱਕ ਉਹ ਗੁਲਜ਼ਾਰਿੰਦਰ ਸਿੰਘ ਚਹਿਲ ਜਿਹੜਾ ਕੱਲ ਉਹ ਵੀ ਆਪਣੇ ਦਾ ਕਾਗਜ਼ ਫੜ ਕੇ ਲੈ ਕੇ ਆਏ। ਇੱਕ ਕੋਈ ਢੀਂਗਰਾ ਸਾਹਿਬ ਹੈ ਜਿਹੜੇ ਉਹ ਜਨਰਲ ਸੈਕਟਰੀ ਬਣਾਏ ਸੀ। 4 ਬੰਦੇ ਸੀ ਜੀ। 3-4 ਉਹਨਾਂ ਨੇ ਬਣਾ ਲਏ ਸੀ ਆਪਣੇ ਜਿਹੜੇ ਐਕਟਿੰਗ ਪ੍ਰਧਾਨ ਹੈ ਨਾਲ। ਔਰ ਉੱਥੇ ਹੀ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਜਦੋਂ ਉਹ ਪ੍ਰਧਾਨ ਬਣੇ ਸੀਗੇ ਕਿ ਜੀ ਅੱਜ ਤੋਂ ਬਾਅਦ ਮੇਰਾ 15 ਅਗਸਤ ਤੋਂ ਬਾਅਦ ਮੇਰਾ ਮੰਜਾ ਜਿਹੜਾ ਹੈਗਾ, ਮੇਰਾ ਬਿਸਤਰਾ ਉਹ PCC ਦੇ ਹੈੱਡਕੁਆਟਰ 'ਚ ਕਾਂਗਰਸ ਭਵਨ 'ਚ ਹੋਊਗਾ ਜੀ। ਤੇ ਉਹ ਬਿਸਤਰੇ ਦਾ ਤਾਂ ਉੱਥੇ ਆ ਕੇ ਲੱਗ ਗਿਆ ਸੀ, ਪਰ ਬਿਸਤਰੇ ਦੇ ਉੱਤੇ ਸੁੱਤਾ ਕੌਣ ਹੈ ਇਹਦਾ ਕਿਸੇ ਨੂੰ ਅੱਜ ਤੱਕ ਪਤਾ ਨਹੀਂ। ਫਿਰ ਜਦੋਂ ਕੰਪੇਨ ਵਾਲੀ ਗੱਲ ਆ ਗਈ ਤੇ ਉਹ ਸੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਲੀਡਰ, ਉਹਨਾਂ ਨੂੰ ਬਣਾਇਆ ਸੀ। ਲੇਕਿਨ ਸਥਿਤੀ ਇਹ ਹੋ ਗਈ ਕਿ ਚੰਨੀ ਬਾਈ ਤੇ ਫਿਰ ਚੰਨੀ ਦਾ ਵੀ ਵਿਰੋਧ ਸ਼ੁਰੂ ਹੋਇਆ ਸੀ। ਇਹ ਬੜਾ ਕੁਛ ਹੁੰਦਾ ਰਿਹਾ। ਮਤਲਬ ਉਹ ਕੱਲੇ ਉਦੋਂ ਤੁਰੇ ਫਿਰਦੇ ਰਹੇ। ਤੇ ਜਿਹੜੀ ਮਿਹਨਤ ਉਹ ਅੱਜ ਕਰ ਰਹੇ ਹੈ ਦਾਨੇਵਾਲੀਆ ਸਾਹਿਬ ਜੀ, ਇਹ ਮਿਹਨਤ ਉਦੋਂ ਕੀਤੀ ਹੁੰਦੀ, ਬੱਲੇ ਬੱਲੇ ਹੋ ਜਾਂਦੀ, ਉਦੋਂ ਕੀਤੀ ਹੁੰਦੀ। ਅੱਜ ਤੁਸੀਂ ਦੇਖੋ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਪਹਿਲੀ ਮੀਟਿੰਗ ਜਿਹੜੀ ਹੈਗੀ ਆ ਉਹ ਕੀਤੀ ਸੀ, ਇੱਧਰ ਹੀ ਕੀਤੀ ਹੈ ਮੇਰੇ ਖਿਆਲ ਹੈ, ਕਿਸੇ ਦੇ ਘਰ ਕੀਤੀ ਸੀ। ਘਰੇ ਆਪਣੇ ਉਹੀ ਉਹਦੇ ਘਰੇ ਆਪਣੇ ਮੁੰਡੇ ਜਿਹੜਾ ਜਿਹਨੂੰ ਰਾਣਾ ਗੁਰਜੀਤ ਦੇ ਮੁੰਡੇ ਨੇ ਹਰਾਇਆ, ਮੁੰਡਾ ਨਵਤੇਜ ਚੀਮੇ ਦੇ ਘਰੇ ਕੀਤੀ ਸੀ ਸੁਲਤਾਨਪੁਰ ਲੋਧੀ 'ਚ। ਉਹਦੇ ਵਿੱਚ 19 ਕੁ ਬੰਦੇ ਹਾਜ਼ਰ ਹੋਏ ਸੀ। ਦੂਜੀ ਉਹਨਾਂ ਨੇ ਇੱਕ ਮੀਟਿੰਗ ਗੱਲ ਕੀਤੀ ਜੀ, ਉਹ ਕੀਤੀ ਰਾਕੇਸ਼ ਪਾਂਡੇ ਦੇ ਘਰ। ਉਹਦੇ ਵਿੱਚ ਜਿਹੜੀ ਹੈਗੀ ਹੈ ਗਿਣਤੀ ਵਾਹਵਾ ਹੋ ਗਈ ਸੀ ਜੀ। ਔਰ ਉਹ ਤੋਂ ਬਾਅਦ ਫਿਰ ਉਹ ਬਾਈਬਲ ਕਲਾਂ ਆਉਂਦੇ ਹੈ। ਬਾਈਬਲ ਕਲਾਂ ਜਿੱਥੇ ਆ ਕੇ ਆਪਣਾ ਮੁੰਡਾ ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਹੈ, ਉਹਨੇ ਜਿਹੜਾ ਉੱਥੇ ਇੱਕ ਇਨਸਾਫ ਮੋਰਚਾ ਲਾਇਆ ਹੈ, ਉਹਦੇ ਵਿੱਚ ਬੈਠੇ ਆ ਕੇ ਨਾਲ ਉਹਨਾਂ ਦੇ ਸਾਰੇ ਬੰਦੇ ਸੀ। ਉੱਥੋਂ ਬੈਠ ਕੇ ਉਹਨਾਂ ਨੇ ਟਵੀਟ ਵਗੈਰਾ ਵੀ ਕੀਤੇ ਵੀ ਇਨਸਾਫ ਨਹੀਂ ਮਿਲ ਰਿਹਾ, ਕਰੀਏ ਕੀ, ਉਹ ਸਾਰਾ ਕੁਛ ਕੀਤਾ। ਉਹ ਤੋਂ ਬਾਅਦ ਫਿਰ ਉਹ ਜੀਰੇ ਜਾਂਦੇ ਹੈ। ਜੀਰੇ ਜਾ ਕੇ ਪਤਾ ਲੱਗਦਾ ਹੈ ਕਿ ਇਲੈਕਸ਼ਨ ਦੇ ਦੌਰਾਨ ਇੱਕ ਝਗੜਾ ਹੋ ਗਿਆ ਸੀ। ਉਸ ਝਗੜੇ ਦੇ ਵਿੱਚ ਇੱਕ ਕਾਂਗਰਸੀ ਵਰਕਰ ਜਿਹੜਾ ਜ਼ਖਮੀ ਹੋ ਗਿਆ ਸੀ ਤੇ ਉਹਦੀ ਮੌਤ ਹੋ ਗਈ ਅੱਜ 1-2 ਦਿਨ ਪਹਿਲਾਂ ਜੀ। ਉੱਥੋਂ ਉਹ ਪੁਲਿਸ ਦੇ ਕਿਸੇ ਸੀਨੀਅਰ ਅਫਸਰ ਨੂੰ ਫੋਨ ਕਰਦੇ ਕਿ ਭਾਜੀ ਤੁਸੀਂ ਕੁਛ ਕਰਦੇ ਕਿਉਂ ਨਹੀਂ, ਇਹ ਕਰੋ, ਇਹ ਕਰਨਾ ਪੈਣਾ। ਇਹ ਸਾਰਾ ਕੁਛ ਕਰਦੇ ਸੀ। ਤੇ ਜੇ ਇਹ ਪਹਿਲਾਂ ਕੀਤਾ ਹੁੰਦਾ, ਮੇਰਾ ਖਿਆਲ ਹੈ ਨਾ ਕਾਂਗਰਸ ਜੇ ਹਾਰਦੀ ਨਾ ਤਾਂ ਇੱਕ ਸ਼ਾਨਦਾਰ ਆਪੋਜੀਸ਼ਨ ਹੁੰਦੀ। ਤੇ ਨਵਜੋਤ ਸਿੰਘ ਸਿੱਧੂ ਨੇ ਜਿੱਤਣਾ ਹੀ ਸੀ। ਨਵਜੋਤ ਸਿੰਘ ਸਿੱਧੂ ਨੇ ਗੱਲ ਮੰਨੀ ਵੀ ਸੀ ਆਪਦੀ ਇਲੈਕਸ਼ਨ ਕੰਪੇਨ ਦੇ ਦੌਰਾਨ ਕਿ ਮੈਂ ਹੁਣ ਆਪਣੇ ਜਿਹੜੇ ਹੈਗੇ ਮੇਰੇ ਵੋਟਰ ਹੈ ਉਹਨਾਂ ਵੋਟਰਾਂ ਦੇ ਟੈਲੀਫੋਨ ਅਟੈਂਡ ਕਰਿਆ ਕਰੂੰਗਾ ਜੀ। ਔਰ ਆਪਣੀ ਜਿਹੜੀ ਅਸੈਂਬਲੀ ਵਾਸਤੇ ਮੈਂ ਇੱਕ ਅਲੱਗ ਟੈਲੀਫੋਨ ਰੱਖਿਆ ਕਰੂੰਗਾ। ਖੈਰ ਗੱਲਾਂ ਹੀ ਰਹਿ ਗਈਆਂ, ਚਲੋ ਕੁਛ ਵੀ ਹੋ ਤਾਂ ਜਦੋਂ ਹਾਰੀ ਕੇ ਵੱਖਰੀ ਗੱਲ ਹੈ। ਮਤਲਬ ਉਹਨੇ ਕੋਸ਼ਿਸ਼ ਜਿਹੜੀ ਹੈਗੀ ਹੈ ਜਿਹੜੀ ਉਹ ਕੀਤੀ, ਹੁਣ ਉਹ ਕੋਸ਼ਿਸ਼ ਕਰ ਰਿਹਾ ਤੇ ਹੁਣ ਕੋਸ਼ਿਸ਼ ਇਸ ਕਰਕੇ ਕਰ ਰਿਹਾ ਕਿਉਂਕਿ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਬਣਨਾ ਜੀ। ਵਿੱਚੋਂ ਜਿਹੜੀ ਹੈ ਬੇਅਦਬੀ ਵਾਲਾ ਮਾਮਲਾ ਵੀ ਹੈ, ਨਿਗਾਹ ਸਭ ਦੀ ਪ੍ਰਧਾਨ ਕੀਤੀ ਹੈ। ਸੁਖਪਾਲ ਸਿੰਘ ਖਹਿਰਾ ਹੁਣੀ ਜਦੋਂ ਪਹਿਲੀ ਮੀਟਿੰਗ ਦੇ ਵਿੱਚ ਵੀ ਸੀ ਨਵਤੇਜ ਚੀਮੇ ਵਾਲੀ 'ਚ, ਉਹਨਾਂ ਦਾ ਵਿਰੋਧ ਚੱਲਦਾ ਉੱਥੇ, ਤੁਹਾਨੂੰ ਪਤਾ, ਰਾਣੇ ਨਾਲ, ਰਾਣੇ ਗੁਰਜੀਤ ਨਾਲ। ਔਰ ਦੂਜੀ ਮੀਟਿੰਗ ਦੇ ਵਿੱਚ ਰਾਕੇਸ਼ ਪਾਂਡੇ ਦੇ ਘਰੇ ਵੀ ਸੀ। ਤੇ ਕੱਲ ਫਿਰ ਬਾਹਰ ਨਿਕਲ ਕੇ ਉਹਨਾਂ ਨੇ ਸਫਾਈ ਦਿੱਤੀ। ਅੱਛਾ ਜੀ। ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਸੀ, ਅਸਤੀਫਾ ਵਾਲੇ ਪ੍ਰਵਾਨ ਤਾਂ ਨਹੀਂ ਹੋਇਆ। ਜਿੰਨੀ ਦੇਰ ਪ੍ਰਵਾਨ ਨਹੀਂ ਹੁੰਦਾ ਉਨੀ ਦੇਰ ਤੱਕ ਤਾਂ ਪ੍ਰਧਾਨ ਹੈਗਾ, ਪ੍ਰਧਾਨ ਮੀਟਿੰਗਾਂ ਕਰਦਾ ਤੇ ਅਸੀਂ ਮੀਟਿੰਗਾਂ 'ਚ ਜਾਂਦੇ ਹਾਂ। ਦਿੱਲੀ ਦੇ ਵਿੱਚ ਸ਼ਨੀਵਾਰ ਦੇ ਦਿਨ ਦਾਨੇਵਾਲੀਆ ਸਾਹਿਬ ਇੱਕ ਮੀਟਿੰਗ ਹੋਈ ਸੀ। ਅੱਛਾ ਜੀ। ਉਹ ਮੀਟਿੰਗ ਜਿਹੜੀ ਹੈਗੀ ਹੈ ਸੋਨੀਆ ਗਾਂਧੀ ਭਾਵੇਂ ਉਹਦੇ 'ਚ ਨਹੀਂ ਸੀ, ਪ੍ਰਿੰਕਾ ਗਾਂਧੀ ਜ਼ਰੂਰ ਬੈਠੀ ਸੀ। KC ਬੇਨੂਗੋਪਾਲ ਨੇ ਉਹਦੀ ਕੀਤੀ ਸੀ ਪ੍ਰਧਾਨਗੀ ਜੀ। ਸਾਰੇ ਜਨਰਲ ਸੈਕਟਰੀ, ਸਾਰੇ ਸੈਕਟਰੀ, ਸਾਰੇ ਜਿਹੜੇ ਪ੍ਰਦੇਸ਼ਾਂ ਦੇ ਇੰਚਾਰਜ ਆ ਉਹ ਬੁਲਾਏ ਹੋਏ ਸੀ। ਉਹਦੇ ਵਿੱਚ ਬੈਠ ਕੇ ਉਹਨਾਂ ਨੇ ਕੁਛ ਆਪਣੀ ਗੱਲਬਾਤ ਕੀਤੀ
ਤੇ ਨਾਲ ਉਹਨਾਂ ਨੇ ਕਿਹਾ ਸੀਗਾ ਵੀ ਕਿਉਂਕਿ ਜਿਹੜੀ ਮਹਿੰਗਾਈ ਵਗੈਰਾ ਵੱਧ ਰਹੀ ਹੈ, ਕੋਈ ਮੋਰਚਾ ਵਗੈਰਾ ਲਾਉਣਾ ਆਪਾਂ, ਪ੍ਰੋਟੈਸਟ ਕਰਾਂਗੇ, ਉਹਦਾ ਪ੍ਰੋਗਰਾਮ ਬਣਾਇਆ। ਲੇਕਿਨ ਜਿਹੜੀਆਂ 5 ਸਟੇਟਾਂ ਦੇ ਵਿੱਚ ਚੋਣਾਂ ਹੋਈਆਂ ਸੀ ਤੇ ਕਾਂਗਰਸ ਪਾਰਟੀ ਹਾਰ ਗਈ ਜੀ, ਉੱਥੋਂ ਦੇ ਪ੍ਰਧਾਨਾਂ ਤੋਂ ਜਿਹੜੇ ਅਸਤੀਫੇ ਲਏ ਸੀਗੇ ਤੇ ਉਹਨਾਂ ਦੀ ਥਾਂ ਦੇ ਉੱਤੇ ਲਾਇਆ ਕਿਹਨੂੰ ਜਾਵੇ, ਇਹ ਵਿਚਾਰ ਵਟਾਂਦਰਾ ਵੀ ਉਦੋਂ ਵੀ ਕੀਤਾ ਸੀ ਤੇ ਅੱਜ ਵੀ ਹੋ ਰਿਹਾ। ਹੁਣ ਇਸ ਵੇਲੇ ਜਿਹੜੀ ਐਟ ਪ੍ਰੈਜ਼ੈਂਟ ਹੈ, ਕਾਂਗਰਸ ਹਾਈ ਕਮਾਂਡ ਸੋਚ ਰਹੀ ਹੈ ਵੀ ਕੀ ਕੀਤਾ ਜਾਵੇ। ਉਹਨਾਂ ਨੇ ਜਿਹੜਾ ਲੇਖਾ ਜੋਖਾ, ਜੋ ਮੈਨੂੰ ਜਾਣਕਾਰੀ ਮਿਲੀ ਹੈ ਕਾਂਗਰਸ ਸੂਤਰਾਂ ਤੋਂ ਜੀ, ਉਹ ਕਹਿੰਦੇ ਵੀ ਕਾਂਗਰਸ ਹਾਈ ਕਮਾਂਡ ਨੇ ਇੱਕ ਗੱਲ ਤਾਂ ਇਹ ਅਹਿਸਾਸ ਕਰ ਲਿਆ ਕਿ ਜਿਹੜਾ ਬੇੜਾ ਗਰਕ ਕੀਤਾ ਉਹਦੀ ਜ਼ਿੰਮੇਵਾਰ ਤਾਂ ਆਪਾਂ ਤਾਂ ਮੰਨਦੇ ਵੀ ਕਾਂਗਰਸ ਹਾਈ ਕਮਾਂਡ ਵੀ ਹੈ, ਕਿਉਂਕਿ ਮਨੀਸ਼ ਤਿਵਾੜੀ ਨੇ 6 ਸਵਾਲ ਖੜੇ ਕਰਤੇ। ਅੱਛਾ ਜੀ। ਉਹਨਾਂ 6 ਸਵਾਲਾਂ ਦੇ ਵਿੱਚ ਉਹਨੇ ਕਾਂਗਰਸ ਹਾਈ ਕਮਾਂਡ ਨੂੰ ਵੀ ਕਟਹਿਰੇ 'ਚ ਖੜਾ ਕਰ ਲਿਆ। ਉਹ ਕਹਿੰਦਾ ਪਹਿਲਾਂ ਇਹ ਦੱਸੋ ਕਿ ਆ ਜਿਹੜਾ ਇੱਥੇ ਭੇਜਿਆ ਸੀ ਆਪਣਾ ਹਰੀਸ਼ ਰਾਵਤ, ਉਹ ਕਿਸ ਕੰਮ ਵਾਸਤੇ ਭੇਜਿਆ ਸੀ? ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਭੇਜਿਆ ਸੀ ਕਿ ਪਾਰਟੀ ਨੂੰ ਖੋਰਾ ਲਾਉਣ ਵਾਸਤੇ ਭੇਜਿਆ ਸੀ? ਫਿਰ ਉਹ ਕਹਿੰਦੇ ਵੀ ਚਲੋ ਤੁਸੀਂ ਹਰੀਸ਼ ਚੌਧਰੀ ਲੈ ਆਂਦਾ, ਉਹਨੇ ਆ ਕੇ ਮਜ਼ਬੂਤ ਕਰਤੀ ਕਿ ਕਮਜ਼ੋਰ ਕਰਤੀ, ਇਹ ਵੀ ਗੱਲ ਦੇਖੋ। ਫਿਰ ਉਹਨੇ ਕਹਿ ਦਿੱਤਾ ਜੀ ਜਾਖੜ ਸਾਹਿਬ ਨੂੰ ਪ੍ਰਧਾਨਗੀ ਤੋਂ ਲਾਤਾ ਸੀ, ਮੁੱਖ ਮੰਤਰੀ ਨਹੀਂ ਬਣਾਇਆ, ਉਹਨੇ ਹਿੰਦੂ ਸਿੱਖ ਵਾਲਾ ਮਾਮਲਾ ਖੜਾ ਕਰਤਾ, ਪਾਰਟੀ ਦੀ ਮਦਦ ਕੀਤੀ ਹੈ। ਕੀ ਕੀਤਾ? ਚਰਨਜੀਤ ਸਿੰਘ ਚੰਨੀ ਨੇ ਜਿਹੜੇ ਹੈਗੇ ਉਹ ਧਾਰਾਂ ਧੂਰਾਂ ਵੀ ਕੱਢਣ ਲੱਗ ਗਿਆ, ਸਾਰਾ ਕੁਝ ਕੀਤਾ ਕਰਾਇਆ, ਉਹਨੇ ਪਾਰਟੀ ਦਾ ਕਿੰਨਾ ਬੱਕਰੀਆਂ ਵੀ ਚੋਣ ਲੱਗ ਰਿਹਾ, ਕੀਤਾ ਕੀ ਕੁਛ ਕੀਤਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿੰਨਾ ਕੁ ਫਾਇਦਾ ਕੀਤਾ, ਕਿੰਨਾ ਕੁ ਨੁਕਸਾਨ ਕੀਤਾ, ਇੱਕ ਦੂਜੇ ਦਾ ਕਹਿੰਦੇ ਆਪ ਹੀ ਵਿੱਚ ਵੱਜੀ ਗਏ। ਅਗਲੇ ਆਖਰ ਦੇ ਵਿੱਚ ਉਹਨੇ ਪੁੱਛਿਆ, ਕਹਿੰਦਾ ਵੀ ਅਮਰਿੰਦਰ ਸਿੰਘ ਨੂੰ ਹਟਾਉਣਾ ਠੀਕ ਸੀ, ਇਹ ਵੀ ਦੱਸ ਦਿਓ। ਹੁਣ ਇਹ ਦੱਸਣਾ ਦਾ ਕਿਹਨੂੰ ਹੈ, ਲੇਕਿਨ ਆਪਾਂ ਤਾਂ ਪਹਿਲਾਂ ਡਿਸਕਸ ਕਰ ਵੀ ਚੁੱਕੇ ਹਾਂ ਵੀ ਅਮਰਿੰਦਰ ਸਿੰਘ ਨੂੰ ਹਟਾ ਤਾਂ ਲਿਆ ਤੇ ਬਾਅਦ ਦੇ ਵਿੱਚ ਦੇਖਿਆ ਵੀ ਕੰਮ ਤਾਂ ਸਾਰਾ ਉੱਜੜ ਗਿਆ। ਹੁਣ ਫਿਰ ਉਹਨੂੰ ਟੈਲੀਫੋਨ ਵੀ ਕਰਨ ਲੱਗੇ ਸੀ ਵੀ ਆਪਾਂ ਕੋਈ ਨਹੀਂ ਬੈਠ ਜੀ, ਉਹ ਕਹਿੰਦਾ ਵੀ ਹੁਣ ਤਾਂ ਸਮਾਂ ਬੀਤ ਗਿਆ, ਹੁਣ ਕਰਨਾ ਕਰਾਉਣਾ ਕੀ। ਇਹ ਸਾਰੀਆਂ ਗੱਲਾਂ ਜਦੋਂ ਉੱਠਦੀਆਂ ਤੇ ਹੁਣ ਕਹਿੰਦੇ ਵੀ ਜਿਹੜੇ ਪੁਰਾਣੇ ਬੰਦੇ ਹੈ, ਪੁਰਾਣੇ ਬੰਦਿਆਂ ਨੇ ਤਾਂ ਇੱਕ ਦੂਜੇ ਦਾ ਨੁਕਸਾਨ ਕੀਤਾ, ਤਜਰਬੇ 'ਚੋਂ ਗੱਲਾਂ ਨਿਕਲਦੀਆਂ ਨੇ, ਇਹਨਾਂ ਨੂੰ ਆਪਾਂ ਛੱਡ ਦਈਏ ਤੇ ਨਵੇਂ ਲੈ ਆਈਏ। ਹੁਣ ਨਵਿਆਂ ਦੇ ਵਿੱਚੋਂ ਆਉਣ ਵਾਲੇ ਕਿਹੜੇ ਹੈ ਜੀ? ਇੱਕ ਤਾਂ ਚੌਧਰੀ ਸੰਤੋਖ ਸਿੰਘ, ਉਹ ਕਹਿੰਦਾ ਜੀ ਮੈਂ ਬਣ ਸਕਦਾ ਪ੍ਰਧਾਨ, ਮੈਂ ਦਲ ਤਾਂ, ਕਿਉਂਕਿ ਚੌਧਰੀ ਗੁਰਵੰਤਾ ਸਿੰਘ ਦਾ ਮੁੰਡਾ ਹੈ ਔਰ ਜਿਹੜੀ ਦੁਆਬੇ ਦੀ ਪੋਲੀਟਿਕਸ ਹੈ, ਦੁਆਬੇ ਦੀ ਪੋਲੀਟਿਕਸ ਦੇ ਵਿੱਚ ਤੁਹਾਨੂੰ ਪਤਾ ਵੀ ਉਹਨਾਂ ਦਾ ਖਾਸ ਪ੍ਰਭਾਵ ਹੈ, ਖਾਸ ਕਰਕੇ ਵੀਕਰ ਸੈਕਸ਼ਨ ਦੇ ਵਿੱਚ। ਆਪਾਂ ਦਲ ਤਾਂ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਸਿੱਖੀ ਦਾ ਮੁੰਡਾ ਵੀ ਜਿੱਤਿਆ, ਮੁੰਡਾ ਵੀ ਜਿੱਤਿਆ ਵਾ ਉਹਦਾ। ਅੱਛਾ, ਇਸੇ ਤਰੀਕੇ ਜਿਹੜੇ ਹੈਗੇ ਆ, ਇੱਕ ਹੋਰ ਸੱਜਣ ਹੈਗੇ ਆ ਆਪਣੇ ਮਾਲਵੇ ਚੋਂ ਜੀ, ਉਹ ਹੈ ਜੀ ਰਾਜਾ ਵੜਿੰਗ। ਉਹ ਵੀ ਕਹਿੰਦੇ ਰਾਜਾ ਵੜਿੰਗ ਨੇ, ਕਿਉਂਕਿ ਰਾਜਾ ਵੜਿੰਗ ਨੇ ਕਹਿੰਦਾ ਮੈਂ ਬਾਹਾਂ ਚੜਾ ਕੇ ਤੇ ਕਈਆਂ ਦੇ ਵਿਗ ਕੱਢੇ ਐ। ਜਿਹੜੀ ਹੁਣ ਰਾਜੇ ਵੜਿੰਗ ਨੇ ਦੇਖਿਆ, ਰਾਜਾ ਵੜਿੰਗ ਕਹਿੰਦਾ ਸੀਗਾ ਵੀ ਬਠਿੰਡੇ ਤੋਂ ਲੈ ਕੇ ਜਲਾਲਾਬਾਦ ਤੱਕ ਕੋਈ ਰਹਿ ਨਾ ਦੇਵੇ, ਸਭ ਦੇ ਕਹਿੰਦੇ ਰਗੜੇ ਕੱਢ ਦਿਓ। ਤੇ ਉਹਦੀ ਅਪੀਲ ਦਾ ਅਸਰ ਇੰਨਾ ਕੁ ਹੋਇਆ ਕਿ ਬਠਿੰਡੇ ਤੋਂ ਗਿੱਦੜਵਾਹਾ ਲੰਬੀ ਵਿੱਚ ਦੀ ਹੁੰਦਾ ਹੋਇਆ ਕੰਮ ਜਲਾਲਾਬਾਦ ਪਹੁੰਚ ਗਿਆ ਸੀ, ਤੇ ਜਲਾਲਾਬਾਦ ਤੋਂ ਨਿਕਲ ਕੇ ਫਿਰ ਉਹ ਚਲੇ ਗਿਆ ਜੀ ਆਪਣੇ ਪੱਟੀ। ਸਰਦਾਰ ਆਦੇਸ਼ ਪ੍ਰਤਾਪ ਸਿੰਘ ਵੀ ਹਾਰ ਗਏ ਤੇ ਫਿਰ ਜਿਹੜਾ ਹੈਗਾ ਅੰਮ੍ਰਿਤਸਰ ਵੀ ਪਹੁੰਚ ਗਏ, ਉੱਥੋਂ ਮਜੀਠੀਆ ਸਾਹਿਬ ਵੀ ਹਾਰ ਗਏ। ਉਹ ਕਹਿੰਦਾ ਵੀ ਕਿੰਨੇ ਬੰਦੇ ਮੈਨੂੰ ਹਰਾਉਣ ਵਾਲੇ ਸੀ, ਜਿਹੜੇ ਮੈਨੂੰ ਹਰਾਉਣ ਵਾਲੇ ਸੀ ਸਾਰੇ ਡਿੱਗ ਪਏ। ਇਸ ਕਰਕੇ ਹੱਕ ਬਣਦਾ ਕਿ ਕੋਈ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਰਹੇ ਔਰ ਆਪਣੇ ਲੋਕ ਜਿਹੜੇ ਹੈਗੇ ਉਸ ਬੰਦੇ ਨੂੰ ਪਸੰਦ ਕਰਦੇ ਹੈ, ਜਿਹੜਾ ਬੰਦਾ ਮਤਲਬ ਜਿਹੜਾ ਸਥਾਪਤੀ ਨੂੰ ਚੁਣੌਤੀ ਦੇਵੇ। ਬਿਲਕੁਲ, ਜਿਹੜਾ ਕਹਿੰਦਾ ਵੀ ਕਹਿੰਦਾ ਵੀ ਜੋ ਮਰਜ਼ੀ ਕਰ ਲਓ, ਮੈਂ ਬਾਦਲਾਂ ਦੇ ਖਿਲਾਫ ਹਾਂ, ਤੇ ਜਿੱਤਿਆ ਵੀ ਮੇਰੇ ਖਿਆਲ ਉਹ ਇਸੇ ਕਰਕੇ ਆਖਰੀ ਸਮੇਂ ਤੇ। ਬਿਲਕੁਲ, ਲੋਕਾਂ ਨੇ ਦੇਖਿਆ ਕਿ ਇਹ ਬੰਦਾ ਮੁਕਾਬਲਾ ਕਰਦਾ, ਉਹ ਵੀ ਹੈਗਾ ਜੀ। ਤੇ ਨਾਲ ਫਿਰ ਰਵਨੀਤ ਸਿੰਘ ਬਿੱਟੂ ਜੀ, ਬੋਲਣ ਤਾਂ ਉਹ ਵੀ ਮੇਰੇ ਵਾਂਗੂ ਹੀ ਆ, ਕਈ ਵਾਰੀ ਮਤਲਬ ਬੈਕਫਾਇਰ ਵੀ ਕਰ ਦਿੰਦਾ, ਉਹ ਵੀ ਤੁਰਿਆ ਫਿਰਦਾ। ਹੁਣ ਇਹਦੇ ਵਿੱਚੋਂ ਸਾਰਾ ਸਿਲਸਿਲਾ ਵਿੱਚ ਬੇਅਦਬੀ ਵਾਲਾ ਮਾਮਲਾ ਵੀ ਕੱਢ ਲਿਆ, ਕਿਉਂਕਿ ਬੇਅਦਬੀ ਵਾਲਾ ਇੱਕ ਇਹੋ ਜਿਹਾ ਮਾਮਲਾ ਹੈ ਜੀ, ਜਿਹੜਾ ਮਾਮਲਾ ਜਿਹੜਾ ਹਰ ਇੱਕ ਨੂੰ ਫਿੱਟ ਬੈਠਦਾ ਹੈ। ਕਿਉਂਕਿ ਬੇਅਦਬੀ ਦੇ ਮੁੱਦੇ ਦੇ ਉੱਤੇ ਮਤਲਬ ਜਿਵੇਂ ਨਵਜੋਤ ਸਿੱਧੂ ਕਹਿੰਦਾ ਕਿ ਮੈਂ 2-3 ਜਿਹੜੇ ਚੀਫ ਮਿਨਿਸਟਰ ਹੈ ਉਹ ਭੁਗਤਾ ਤੇ ਉਹ ਨਵਜੋਤ ਸਿੰਘ ਸਿੱਧੂ ਦਾ ਇੱਕ ਸਿਰ ਲੈਣ ਨੂੰ ਫਿਰਦਾ, ਅਸਲ ਦੇ ਵਿੱਚ ਉਹ ਬੇਅਦਬੀ ਦੇ ਮੁੱਦੇ ਨੇ ਭੁਗਤਾਏ। ਬਿਲਕੁਲ, ਬਾਦਲਾਂ ਦਾ ਵੀ ਜੇ ਮਤਲਬ 2017 ਦੇ ਵਿੱਚ ਬਾਦਲਾਂ ਦਾ ਭੋਗ ਪਿਆ ਤਾਂ ਉਹ ਪਿਆ ਸੀ ਬੇਅਦਬੀ ਕਰਕੇ। 2022 ਦੇ ਵਿੱਚ ਪੈਰ ਨਹੀਂ ਲੱਗੇ ਤਾਂ ਬੇਅਦਬੀ ਦੇ ਨਾਲ ਕਿਸਾਨੀ ਵਾਲਾ ਮੁੱਦਾ ਆ ਗਿਆ। ਅਮਰਿੰਦਰ ਸਿੰਘ ਦਾ ਜਿਹੜਾ ਵਿਰੋਧ ਹੋਇਆ, ਉਹ ਵਿਰੋਧ ਵੀ ਜਿਹੜਾ ਹੈਗਾ ਉਹ ਬੇਅਦਬੀ ਵਾਲਾ ਮੁੱਦਾ ਵੀ ਹੈ ਉਹਦੇ ਵਿੱਚ ਜੀ, ਉਹਦੇ ਵਿੱਚ ਨਸ਼ਿਆਂ ਵਾਲਾ ਮੁੱਦਾ ਵੀ ਹੈ, ਉਹਦੇ ਵਿੱਚ ਕਾਂਗਰਸ ਪਾਰਟੀ ਦਾ ਪਾਟੋ ਧਾੜ ਵੀ ਹੈ, ਉਹਦੇ ਵਿੱਚ ਸਾਰੀਆਂ ਪਾਵਰਾਂ ਬਿਊਰੋਕ੍ਰੇਸੀ ਨੂੰ ਦੇ ਦੇਣੀਆਂ ਉਹ ਵੀ ਹੈ। ਇਹ ਸਾਰਾ ਰਲ ਮਿਲ ਕੇ ਮਤਲਬ ਬੇਅਦਬੀ ਨੂੰ ਆਪਾਂ ਲਾਂਭੇ ਨਹੀਂ ਕਰ ਸਕਦੇ। ਸੋ ਕੁੱਲ ਮਿਲਾ ਕੇ ਜਿਹੜੀ ਹੈਗੀ ਸਥਿਤੀ ਇੱਥੇ ਇਹ ਆ ਕੇ ਫਸੀ ਹੋਈ ਹੈ ਜੀ। ਉਹਨੂੰ ਟਰਾਈ ਤਾਂ ਇਹ ਕਰਦੇ ਆ ਵੀ ਬੇਅਦਬੀ ਦੇ ਮੁੱਦੇ ਰਾਹੀਂ ਆਪਾਂ ਕਾਂਗਰਸ ਦੀ ਪ੍ਰਧਾਨਗੀ ਭਾਲ ਲਈਏ, ਪਰ ਪ੍ਰਧਾਨਗੀ ਮਿਲ ਜਰੂ। ਹਾਂ, ਇੱਕ ਸੱਚ ਰਹਿ ਗਿਆ ਜੀ, ਵੱਡਾ ਪਾਤਰ। ਅੱਛਾ, ਤੁਹਾਡਾ ਬੇਲੀ ਪ੍ਰਤਾਪ ਸਿੰਘ ਬਾਜਵਾ।
ਉਹ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਵੀ ਦੋਨਾਂ ਪਿੱਛੋਂ ਮੇਰੀ ਨਿਗਾਹ ਤਾਂ ਦੋਨਾਂ ਤੇ ਹੀ ਹੈ। ਮੈਂ ਸਾਬਕਾ ਵੀ ਰਹਿ ਚੁੱਕਿਆ ਮੈਂਬਰ ਸਾਬਕਾ ਪਾਰਲੀਮੈਂਟ ਦਾ ਮੈਂਬਰ ਵੀ ਆਈ, 3-4 ਵਾਰੀ ਉਹ ਐਮਐਲਏ ਵੀ ਰਹਿ ਚੁੱਕਿਆ ਹੈ, ਯੂਥ ਕਾਂਗਰਸ ਦਾ ਪ੍ਰਧਾਨ ਨਾਲੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ, ਤੇ ਪੰਜਾਬ ਦੇ ਵਿੱਚ ਵਜ਼ੀਰ ਕਿੰਨੇ ਵਾਰੀ ਰਹੇ। ਉਹ ਸਾਰੀਆਂ ਮਤਲਬ ਜਿੰਨੀਆਂ ਕੁਆਲੀਫਿਕੇਸ਼ਨ ਚਾਹੀਦੀਆਂ ਉਹ ਹੈਗੀਆਂ, ਪਰ ਹੁਣ ਇਹ ਹੈ ਵੀ ਉਹ ਪ੍ਰਧਾਨਗੀ ਵੱਲ ਝਾਕੂਗਾ। ਕਿ ਇੱਕ ਹੋਰ ਸੀਟ ਵੀ ਪਈ ਹੈ ਜੀ, ਉਹ ਸੀਟ ਹੈ ਜੀ ਵਿਰੋਧੀ ਧਿਰ ਦੇ ਆਗੂ ਵਾਲੀ, ਉਹ ਵੀ ਗੱਡੀ ਲਾਲ ਬੱਤੀ, ਕਿਉਂਕਿ ਜਿਹੜਾ ਅੱਜ ਪ੍ਰਧਾਨ ਬਣੂਗਾ ਉਹਦੇ ਵਿਰੋਧੀ ਧਿਰ ਨਹੀਂ ਅੱਜ ਜਿਹੜਾ ਪ੍ਰਧਾਨ ਬਣੂਗਾ ਉਹਦੇ ਵਾਸਤੇ ਦਾਨੇਵਾਲ ਸਭ ਤੋਂ ਵੱਡਾ ਚੈਲੰਜ ਹੈ 2024 ਦੀਆਂ ਪਾਰਲੀਮੈਂਟ ਦੀਆਂ। ਜਿਹੋ ਜੀ ਕਾਂਗਰਸ ਪਾਰਟੀ ਦੀ ਹਾਲਤ ਬਣ ਗਈ ਹੈ 2024 ਦੇ ਵਿੱਚ ਆਪਾਂ ਨੂੰ ਕੋਈ ਬਹੁਤਾ ਲੱਗਦਾ ਨਹੀਂ ਵੀ ਇਹ ਸਿੱਟੇ ਕੱਢਣਗੇ, ਨਤੀਜੇ ਕੱਢਣਗੇ। ਉਹ 2024 ਦੇ ਵਿੱਚ ਜਦੋਂ ਬੰਦਾ ਇਹਦਾ ਹਾਰ ਗਿਆ ਉਹਨੂੰ ਨਾਲ ਦੀ ਨਾਲ ਫਿਰ ਬਦਲ ਦੇਣਗੇ। ਨਾਲੇ ਤਾਂ ਪੈਸੇ ਦਾ ਪ੍ਰਬੰਧ ਕਰੇ, ਪੈਸੇ ਲਾਵੇ, ਤੇ ਨਾਲੇ ਫਿਰ ਜਲੀਲ ਹੋ ਕੇ ਨਿਕਲੇ। ਉਹਦੇ ਨਾਲ ਅਗਲਾ ਕਹਿੰਦਾ ਜੀ ਰਹਿਣ ਦਿਓ, ਆਪਾਂ ਆਹ ਕਰ ਲਓ ਕਿ ਮੈਨੂੰ ਵਿਰੋਧੀ ਧਿਰ ਦਾ ਆਗੂ ਬਣਾ ਦਿਓ। ਵਿਰੋਧੀ ਧਿਰ ਦਾ ਆਗੂ ਬਣ ਕੇ ਇੱਕ ਤਾਂ ਚੀਜ਼ ਇਹਨੇ ਚੰਡੀਗੜ੍ਹ 'ਚ ਕੋਠੀ ਮਿਲਣੀ ਕਿਉਂਕਿ ਉਹਦੇ ਕੋਲੇ ਵਜ਼ੀਰ ਵਾਲਾ ਰੁਤਬਾ ਗੱਡੀ ਮਿਲ ਜਾਣੀ ਹੈ, ਤੇਲ ਗੱਡੀ ਵੀ ਮਿਲ ਜਾਣੀ ਹੈ, ਪੈਲਟ ਵੀ ਮਿਲਣੀ ਹੈ, ਸਾਰਾ ਕੁਝ ਮਿਲ ਜੂਗਾ, ਨਾਲ ਸਟਾਫ ਵਗੈਰਾ ਵੀ ਮਿਲਣਾ। ਮਤਲਬ ਬਗੈਰ ਸਰਕਾਰ ਬਣਾਈ ਤੋਂ 5 ਸਾਲ 4 ਸਾਲ ਜਿੰਨੀ ਦੇਰ ਵੀ ਸਰਕਾਰ ਚੱਲੂਗੀ ਵਜ਼ੀਰੀ ਵਾਲਾ ਉਨੀ ਦੇਰ ਤੱਕ ਵਜ਼ੀਰ ਵਾਲਾ ਮਾਮਲਾ। ਹਾਂ ਇੱਕ ਹੋਰ ਹੈਗਾ, ਉਹ ਹੈਗਾ ਜੀ ਆਪਣੇ ਸੁਖਜਿੰਦਰ ਸਿੰਘ ਰੰਧਾਵਾ। ਉਹ ਕਹਿੰਦਾ ਮੈਂ ਵੀ ਹੈਗਾ। ਨਹੀਂ, ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਪਹਿਲਾਂ ਹੀ ਕਹਿਤਾ ਸੀਗਾ ਵੀ ਡਿਪਟੀ ਮੁੱਖ ਮੰਤਰੀ ਬਣਨ ਨਾਲੋਂ ਜੇ ਕਿਤੇ ਪ੍ਰਧਾਨਗੀ ਦਾ ਕੰਮ ਮਿਲ ਜੇ ਤਾਂ ਉਹ ਵਧੀਆ, ਬੜੀ ਵਧੀਆ ਗੱਲ ਹੈ। ਉਹ ਵਧੀਆ, ਉਹਦਾ ਬਾਪ ਵੀ ਪਹਿਲਾਂ ਪ੍ਰੈਜ਼ੀਡੈਂਟ ਰਿਹਾ ਵਾ। ਇਸ ਕਰਕੇ ਇੱਕ ਅਨਾਰ 100 ਬਿਮਾਰ, ਪਰ ਜਿਹੜੀ ਹੈ ਜਿਨ੍ਹਾਂ ਬੰਦਿਆਂ ਨੇ ਬੇਅਦਬੀ ਦਾ ਮੁੱਦਾ ਉਠਾਇਆ ਉਹ ਦੋ ਬੰਦੇ ਹੀ ਹੈ ਜੀ, ਜਾਂ ਤਾਂ ਨਵਜੋਤ ਸਿੰਘ ਸਿੱਧੂ ਪਹੁੰਚਿਆ ਬਾਈਬਲ ਕਲਾਂ, ਤੇ ਜਾਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਵਾਲ ਕੀਤਾ, ਜਾਂ ਫਿਰ ਕੀ ਕਹਿੰਦੇ ਖਹਿਰਾ ਹੀ ਪਹੁੰਚੇ। ਹਾਂ ਨਹੀਂ, ਉਹ ਤਾਂ ਪਹੁੰਚੇ ਨੇ। ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਕੀਤਾ ਕੇਜਰੀਵਾਲ ਨੂੰ ਕਿ ਕੇਜਰੀਵਾਲ ਜੀ ਹੁਣ ਦੱਸੋ ਜੀ, ਤੁਸੀਂ ਕਹਿੰਦੇ ਸੀ ਸਾਨੂੰ ਤਾਂ ਸਾਰਾ ਪਤਾ ਹੈ, ਸਾਨੂੰ ਕਹਿੰਦੇ ਸਿੱਟਾਂ ਦੀਆਂ ਰਿਪੋਰਟਾਂ ਦਾ ਵੀ ਪਤਾ ਹੈ, ਸਾਨੂੰ ਦੋਸ਼ੀਆਂ ਦਾ ਵੀ ਪਤਾ ਹੈ, ਸਬੂਤ ਵੀ ਸਾਰੇ ਸਾਡੇ ਕੋਲੇ ਹੈਗੇ। ਕਿਹੜਾ ਸਾਡਾ ਕਹਿੰਦੇ ਸੀਗੇ ਵੀ ਸਿੰਘਾਂ ਨੂੰ ਹੱਥ ਪਵਾ ਦਿਓ, ਸਰਕਾਰ ਬਣਾ ਦਿਓ, ਤੇ ਨਾਲ ਦੀ ਨਾਲ ਹੀ ਫੜ ਕੇ ਅੰਦਰ ਟੰਗ ਦਿਆਂਗੇ। ਕਰ ਸਰਕਾਰ ਬਣੀ ਨੂੰ ਤਾਂ ਬਹੁਤ ਸਮਾਂ ਨਹੀਂ ਹੋਇਆ, 16 ਤਾਰੀਖ ਨੂੰ ਸਹੁੰ ਚੁੱਕੀ ਵੀ ਹੈ, ਅਜੇ ਤੱਕ ਤਾਂ ਕੈਬਨਿਟ ਵੀ ਮੁਕੰਮਲ ਨਹੀਂ ਬਣੀ, ਅਜੇ ਤੱਕ ਤਾਂ ਮਤਲਬ ਜਿਹੜੇ ਹੈਗੇ ਅਫਸਰਾਂ ਦੀਆਂ ਬਦਲੀਆਂ ਵੀ ਨਹੀਂ ਹੋਈਆਂ। ਸੋ ਉਹ ਕਹਿੰਦੇ ਹੁਣ ਤੁਸੀਂ ਹੱਥ ਤੇ ਸਰੋਂ ਜਮਾ ਕੇ ਦਿਖਾਓ, ਕਿਵੇਂ ਜਮਾਊ ਹੱਥ ਤੇ ਸਰੋਂ। ਤੇ ਜਿਹੜਾ ਆਰਥਿਕ ਸੰਕਟ ਆ ਬਹੁਤ ਵੱਡਾ, ਬਹੁਤ ਵੱਡਾ ਜੀ। ਉਹਦਾ ਬਹੁਤ ਵੱਡਾ ਹੈ। ਕਣਕ ਦੀ ਹੁਣ ਖਰੀਦ ਹੀ ਆ ਗਈ ਜੀ। ਉਧਰੋਂ ਕਹਿੰਦੇ ਵੀ ਜੇ ਮੀਟਰ ਤੁਸੀਂ ਉਹ ਪ੍ਰੀਪੇਡ ਨਹੀਂ ਲਾਉਂਦੇ ਤਾਂ ਵੀ ਤੁਹਾਨੂੰ ਕੁਝ ਨਹੀਂ ਮਿਲਣਾਗਾ, ਤੇ ਰੌਲਾ ਤਾਂ ਕਾਫੀ ਹੋਇਆ ਪਿਆ। ਨਹੀਂ ਜੀ, ਸਮਾਰਟ ਕਹਿੰਦੇ ਕਿ ਸਮਾਰਟ ਮੀਟਰ ਲਾ ਦੇ। ਹਾਂ ਉਹੀ ਜਿਹੜੇ ਪ੍ਰੀਪੇਡ ਨਹੀਂ, ਪ੍ਰੀਪੇਡ ਵਾਲੇ ਤਾਂ ਉਹ ਹੈ ਨਾ, ਪ੍ਰੀਪੇਡ ਤਾਂ ਆਪਣੇ ਮੋਬਾਈਲਾਂ ਵਾਲੀ ਗੱਲ ਹੋਣੀ। ਹਾਂ ਵੀ ਪੈਸੇ ਦਿਓਗੇ ਤਾਂ ਲੈ ਲਓ। ਇੱਕ ਜਿਹੜੇ ਸਮਾਰਟਫੋਨ ਹੈ, ਅੱਛਾ ਸਮਾਰਟ ਮੀਟਰ ਕਹਿੰਦੇ ਉਹ ਤਾਂ ਲਾਉਣ ਨੂੰ ਤਿਆਰ ਹਾਂ ਅਸੀਂ। ਅੱਛਾ ਉਹ ਕਿਵੇਂ? ਉਹ ਸਮਾਰਟ ਮੀਟਰ ਜਿਹੜੇ ਹੈਗੇ ਜੀ, ਹੈਗੇ ਤਾਂ ਇਹੋ ਜਿਹੇ ਮੀਟਰ ਕਹਿੰਦੇ ਜਦੋਂ ਮੀਟਰ ਨਾਲ ਛੇੜਛਾੜ ਹੋਊਗੀ ਨਾਲ ਦੀ ਨਾਲ ਹੀ ਉੱਥੇ ਪਤਾ ਲੱਗ ਜਾਊਗਾ, ਟੱਲੀ ਵੱਜੂਗੀ। ਦੂਜੀ ਗੱਲ, ਜੇ ਤੁਸੀਂ ਲਾਈਟਾਂ ਲੂਟਾਂ ਬੰਦ ਕੀਤੇ ਤੋਂ ਬਗੈਰ ਬਾਹਰ ਆ ਗਏ ਆਪਦੇ ਘਰ ਤੋਂ, ਤਾਂ ਤੁਹਾਡੇ ਕੋਲ ਇਹ ਆਪਸ਼ਨ ਹੋ, ਤੁਸੀਂ ਬਾਹਰੋਂ ਵੀ ਬੰਦ ਕਰ ਸਕਦੇ। ਅੱਛਾ ਠੀਕ ਹੈ। ਉਹ ਕਹਿੰਦੇ ਉਹ ਤਾਂ ਲਾਵਾਂਗੇ, ਪਰ ਉਹ ਕਹਿੰਦੇ ਵੀ ਪ੍ਰੀਪੇਡ ਲਾਓ। ਹਾਂ ਉਹ ਪ੍ਰੀਪੇਡ ਲਾਉਂਦੇ, ਪ੍ਰੀਪੇਡ ਦਾ ਰੌਲਾ ਪੈਂਦਾ। ਨਹੀਂ, ਆਰਥਿਕ ਸੰਕਟ ਦਾ ਤੁਸੀਂ ਇਹ ਦੇਖੋ ਕਿ ਕੋਲੇ ਦੇ ਮਾਮਲੇ 'ਚ ਅਸੀਂ ਫਸੇ ਪਏ। ਉਹ ਕਹਿੰਦੇ ਬਾਹਰੋਂ ਲਓ, ਅਸੀਂ ਤੁਹਾਨੂੰ ਕੋਲਾ ਦਿੰਦੇ ਨਹੀਂ। ਹੋਰ ਤਾਂ ਹੋਰ ਦਾਣੇ ਸਭ ਇੱਕ ਨਵੀਂ ਜਿਹੜੀ ਹੈਗੀ ਸਮੱਸਿਆ ਆ ਗਈ। ਉਹ ਨਵੀਂ ਸਮੱਸਿਆ ਇਹ ਆ ਗਈ ਕਿ ਗਰਮੀ ਦੇ ਸੀਜ਼ਨ ਦੇ ਵਿੱਚ ਕਈ ਸਟੇਟਾਂ ਨੂੰ ਬਿਜਲੀ ਦੀ ਲੋੜ ਨਹੀਂ ਹੁੰਦੀ। ਜਿਵੇਂ ਹੁਣ ਹਿਮਾਚਲ ਪ੍ਰਦੇਸ਼ ਹੈ ਨਹੀਂ ਗੀ, ਹਿਮਾਚਲ ਪ੍ਰਦੇਸ਼ ਦੇ ਵਿੱਚ ਬਿਜਲੀ ਦੀ ਲੋੜ ਜ਼ਿਆਦਾ ਪੈਂਦੀ ਹੈ ਸਿਆਲਾਂ 'ਚ। ਹੀਟਰ ਲਾਉਣੇ ਪੈਂਦੇ ਹੁੰਦੇ ਆ ਉਹਦੇ। ਨਾਲੇ ਹੁਣ ਪਾਣੀ ਵੱਧ ਜਾਂਦਾ ਜੀ, ਉਹ ਜਲ ਜਿਹੜਾ ਤੁਹਾਡਾ ਆਪਣੇ ਕੀ ਕਹਿੰਦੇ ਆ ਵਾਟਰ ਤੋਂ ਝਰਨਿਆਂ ਤੋਂ ਬਿਜਲੀ ਬਣਦੀ, ਉਹ ਵੀ ਬਣ ਜਾਂਦੀ। ਮਤਲਬ ਉਹਨਾਂ ਨੂੰ ਇਸ ਵੇਲੇ ਹਿਮਾਚਲ ਦੇ ਵਿੱਚ ਗਰਮੀ ਤਾਂ ਬਹੁਤੀ ਹੁੰਦੀ ਨਹੀਂ, ਆ ਪੱਖੇ ਤਾਂ ਹੁਣ ਲੱਗਣ ਲੱਗੇ ਜੇ ਜ਼ਿਆਦਾ ਹੋ ਗਏ, ਨਹੀਂ ਤਾਂ ਬਹੁਤੀ ਗਰਮੀ ਨਹੀਂ ਹੁੰਦੀ। ਸੋਲਨ ਤੱਕ ਲੱਗਦੇ ਨਹੀਂ ਸੀ। ਹਾਂ ਸੋਲਨ ਤੱਕ। ਸਰਦੀ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਲੋੜ ਹੁੰਦੀ ਹੈ, ਤੇ ਉਹ ਗਰਮੀ ਦੇ ਵਿੱਚ ਆਪਦੀ ਜਿਹੜੀ ਹੈਗੀ ਛੱਡ ਦਿੰਦੇ ਆਪਦਾ ਰਾਈਟ, ਉਹ ਕੇਂਦਰੀ ਪੂਲ 'ਚ ਜਮ੍ਹਾਂ ਹੋ ਜਾਂਦੀ ਹੈ ਜੀ। ਤੇ ਫਿਰ ਜਿਹੜੇ ਗਰਮ ਸਟੇਟਾਂ ਹੁੰਦੀਆਂ, ਹੇਠਲੀਆਂ ਮੈਦਾਨੀ ਸਟੇਟਾਂ ਹੁੰਦੀਆਂ, ਉੱਥੇ ਜ਼ਿਆਦਾ ਲੋੜ ਹੁੰਦੀ ਹੈ। ਹੁਣ ਪੰਜਾਬ ਵਾਲਿਆਂ ਨੇ ਮਤਲਬ ਆਪਣੇ ਵਾਲਿਆਂ ਨੇ ਕਲੇਮ ਪੇਸ਼ ਕਰਤਾ, ਉਹ ਕਹਿੰਦੇ ਜੀ ਸਾਨੂੰ ਗਰਮੀ ਦੇ ਵਿੱਚ ਬਿਜਲੀ ਦੀ ਲੋੜ ਤੇ ਸਾਨੂੰ ਬਿਜਲੀ ਦਿਓ। ਅੱਛਾ, ਇਹਨਾਂ ਨੇ ਸੈਂਟਰਲ ਪੂਲ ਦੇ ਵਿੱਚ ਇਹਨਾਂ ਨੇ ਐਪਲੀਕੇਸ਼ਨ ਦਿੱਤੀ, ਐਪਲੀਕੇਸ਼ਨ ਮਨਜ਼ੂਰ ਵੀ ਕਰ ਲਈ। ਅੱਛਾ ਜੀ, ਮੇਰਾ ਖਿਆਲ ਹੈ ਪਤਾ ਨਹੀਂ ਕਿੰਨੇ ਮੈਗਾਵਾਟ ਸੀ, 700 ਕੇ ਕੁਛ ਇਹੋ ਜੀ ਸੀ। ਕਹਿੰਦੇ ਤੁਹਾਨੂੰ ਦੇ ਦਿਆਂਗੇ। ਹਿਮਾਚਲ ਵਾਲੇ ਹਰਿਆਣੇ ਵਾਲਿਆਂ ਨੇ ਕੋਈ ਅਰਜ਼ੀ ਨਹੀਂ ਦਿੱਤੀ, ਉਹਨਾਂ ਨੂੰ ਵੈਸੇ ਕਰਤੀ ਹੈ, ਉਹਨਾਂ ਨੂੰ ਕੋਈ ਦਿੱਤੀ। ਉਹਨੂੰ ਪੰਜਾਬ ਨੂੰ ਤਾਂ ਕਹਿੰਦੇ ਵੀ ਤੁਹਾਨੂੰ ਨਹੀਂ ਮਿਲਦੀ, ਤੇ ਹਰਿਆਣੇ ਵਾਲਿਆਂ ਨੂੰ ਬਗੈਰ ਮੰਗਿਆ ਕਹਿੰਦੇ ਦੇਤੀ। ਅੱਛਾ ਜੀ, ਇਹ ਜਿਹੜਾ ਹੁਣ ਇਹ ਹਿਸਾਬ ਕਿਤਾਬ ਕੇਜਰੀਵਾਲ ਵਾਰੀ ਆਪਣੇ ਤੁਹਾਡੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਉੱਥੋਂ ਬੈਠ ਕੇ ਕਰ ਰਹੇ ਆ, ਉਹ ਆਪਦੀ ਥਾਂ ਦੇ ਉੱਤੇ। ਹਾਂ ਇੱਕ ਗੱਲ ਜ਼ਰੂਰ ਆ ਐਪਰੀਸ਼ੀਏਟ ਕਰਨਾ ਪੈਂਦਾ ਵੀ ਐਤਕੀ CCL ਜਿਹੜਾ 24-25 ਹਜ਼ਾਰ ਕਰੋੜ ਰੁਪਈਆ ਕਣਕ ਖਰੀਦਣ ਵਾਸਤੇ ਉਹ ਦੇਤਾ ਇਹਨਾਂ ਨੇ। ਅੱਛਾ ਦੇਤਾ ਪਹਿਲੇ, ਉਹ ਬਣਾਤਾ ਉਹਨਾਂ ਨੇ। ਕਹਿੰਦੇ ਜੀ ਤੁਹਾਡੀ RBI ਨੇ ਕਹਿੰਦਾ ਤੁਹਾਨੂੰ ਅਲਾਟ ਕਰਤਾ ਹੈ ਤੇ ਤੁਹਾਨੂੰ ਮਿਲ ਜੂਗਾ। ਉਹਦਾ ਕਾਰਨ ਹੈ, ਉਹਦਾ ਕਾਰਨ ਕੋਈ ਪੰਜਾਬ ਨਾਲ ਮੋਹ ਨਹੀਂ, ਉਹ ਹੈ ਜਿਹੜੀ ਯੂਕਰੇਨ ਦੀ ਤੇ ਰੂਸ ਦੀ ਲੜਾਈ ਲੱਗੀ ਵੀ ਵੀ ਕਣਕ ਵੇਚਾਂਗੇ। ਉਹਦਾ ਕਰਕੇ ਮਤਲਬ ਕਣਕ ਆਫਤ ਨੂੰ
ਅਫਸਰ 'ਚ ਬਦਲ ਦਿਓ। ਅਫਸਰ 'ਚ ਬਦਲ ਦਿਓ। ਹੁਣ ਕਿਉਂ ਕਣਕ ਦਾ ਹੁਣ ਤੇ ਦੇਖੋ ਆਪਣੀ ਅੱਧੀ ਪੰਜਾਬ ਦੀ ਜਿੰਨੀ ਪ੍ਰੋਕਿਉਰਮੈਂਟ ਹੋਈ ਹੈ ਪਿਛਲੇ ਸਾਲ, ਉਹ ਤੋਂ ਅੱਧੀ ਤਾਂ ਇਕੱਲੀ ਅਫਗਾਨਿਸਤਾਨ ਹੀ ਚਲੀ ਗਈ। ਉਹ ਤਾਂ ਅਫਗਾਨਿਸਤਾਨ ਚਲੀ ਗਈ। ਹੁਣ ਜਿਹੜੀ ਹੈ, ਕਿਉਂਕਿ ਅੱਗੇ ਯੂਕਰੇਨ ਦੇ ਵਿੱਚੋਂ ਵੀ ਕਣਕ ਆਉਂਦੀ ਸੀ, ਹਾਂ ਉਹ ਕਣਕ ਜਿਹੜੀ ਹੁਣ ਆਊਗੀ ਉੱਥੇ ਤੇ ਵਿਚਾਰਿਆਂ ਨੇ ਕਿਹਦੇ ਉੱਥੇ ਮਾਮਾ ਨੂੰ ਪੁੱਤ ਨਹੀਂ ਪਛਾਣਦੇ, ਪੁੱਤਾਂ ਨੂੰ ਮਾਮਾ ਨਹੀਂ ਪਛਾਣਦੀਆਂ, ਉਹਨਾਂ ਦੀ ਤਾਂ ਹਾਲਤ ਬੁਰੀ ਹੈ। ਇਸ ਹਾਲਤ ਦੇ ਵਿੱਚ ਫਿਰ ਜਿਹੜੀ ਹੈਗੀ ਕਣਕ ਉੱਥੋਂ ਸਾਡੇ ਕੋਲੇ ਆਉਣੀ, ਕਣਕ ਦੁਨੀਆ ਨੂੰ ਤਾਂ ਲੋੜ ਹੈਗੀ ਜੀ, ਬਿਲਕੁਲ ਹੈਗੀ ਹੈ। ਤੇ ਇਸ ਵੇਲੇ ਕਣਕ ਦੀ ਜਿਹੜੀ ਬੰਪਰ ਹੈਗੀ, ਅੱਜ ਮੈਂ ਖਬਰ ਸੁਣ ਰਿਹਾ ਸੀ ਸ਼ਾਇਦ ਕਿਤੇ ਕਿ ਜਿਹੜਾ MSP ਹੈ ਜੀ, MSP ਤੋਂ ਵੱਧ ਮੁੱਲ ਦੇ ਉੱਤੇ ਜਿਹੜੀ ਕਣਕ ਵਿਕੂਗੀ ਜੀ, ਵਿਕਣੀ ਸ਼ੁਰੂ ਹੋ ਗਈ ਹੈ ਜੀ, ਕੁਝ ਥਾਵਾਂ ਦੇ ਉੱਤੇ ਆ ਵੀ ਗਈ ਹੈ ਜੀ। ਉਹ MSP ਤੋਂ ਵੱਧ ਇਸ ਕਰਕੇ ਉਹਨੇ ਕਿਹਾ ਵੀ ਦਵਾ ਦਵਾ ਲੈ ਲਓ ਪੰਜਾਬ ਵਾਲੇ, ਕਿਉਂਕਿ ਏਜੰਸੀਆਂ ਨੇ ਕਣਕ ਖਰੀਦਣੀ ਹੈ ਤੇ ਫਿਰ ਕੇਂਦਰ ਸਰਕਾਰ ਉਹਨੂੰ ਵੱਧ ਮੁੱਲ ਤੇ ਵੇਚੂਗੀ, ਉਹਦੇ 'ਚ ਕਮਾਈ ਕਰਨੀ ਹੈ ਜੀ ਜੀ। ਉਹ ਕੋਈ ਸਾਡੇ ਤੇ ਕੋਈ ਮਤਲਬ ਮਿਹਰਬਾਨੀ ਨਹੀਂ ਕੀਤੀ, ਉਹ ਕਮਾਈ ਵਾਲੀ ਗੱਲ ਆ ਵੀ ਆਫਤ ਨੂੰ ਅਫਸਰ ਦੇ ਵਿੱਚ ਬਦਲਿਆ ਹੈ। ਤੇ ਫਿਰ ਯੂਕਰੇਨ ਦੀ ਗੱਲ ਕੀਤੀ ਤੁਸੀਂ, ਠੰਡ ਪਊਗੀ ਯੂਕਰੇਨ 'ਚ ਕੋਈ? ਦੇਖੋ ਜੀ, ਲੱਗਦਾ ਕੁਛ ਇਹ ਹੈ ਵੀ ਕਿਉਂਕਿ ਕੱਲ ਇਸਤੰਬੂਲ ਜਿਹੜਾ ਆਪਣੀ ਤੁਹਾਡੀ ਤੁਰਕੀ ਦੀ ਰਾਜਧਾਨੀ ਹੈ, ਉੱਥੇ ਦੋਨਾਂ ਦੇਸ਼ਾਂ ਦੇ ਯੂਕਰੇਨ ਤੇ ਰੂਸ ਦੇ ਡੈਲੀਗੇਸ਼ਨ ਹੈ ਜਿਹੜੇ ਉਹ ਇਕੱਠੇ ਹੋਏ ਸੀ। ਅੱਛਾ ਜੀ। ਉੱਥੇ ਬੈਠ ਕੇ ਕੁਝ ਗੱਲਾਂ ਬਾਤਾਂ ਹੋਈਆਂ ਔਰ ਰੂਸ ਵਾਲਿਆਂ ਨੇ ਕਿਹਾ ਕਿ ਨਹੀਂ ਅਸੀਂ ਥੋੜ੍ਹੇ ਜਿਹੇ ਠੰਡੇ ਹੁੰਦੇ ਹਾਂ ਜੀ। ਦੋ ਸ਼ਹਿਰ ਹੈ ਜਿਹੜੇ ਕੀਵ ਹੈ ਰਾਜਧਾਨੀ ਤੇ, ਉਹਦੇ 'ਚ ਅਸੀਂ ਫੌਜਾਂ ਨੂੰ ਥੋੜ੍ਹਾ ਜਿਹਾ ਪਿਛਾਂਹ ਕੱਢਦੇ ਹਾਂ। ਅੱਛਾ ਜੀ। ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰ ਲਾਂਗੇ। ਅਗਲੀ ਗੱਲ ਜਿਹੜੀ ਹੋਣੀ ਹੈ ਜੀ, ਉਹ ਹੋਣੀ ਹੈ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ। ਅੱਛਾ ਜੀ। ਤੇ ਫਿਰ ਜਿਹੜੀ ਇਨਫੋਰਮੇਸ਼ਨ ਮਿਲ ਰਹੀ ਹੈ ਉਹ ਇਹ ਹੈ ਕਿ ਫਿਰ ਉਹ ਤੋਂ ਅਗਲੀ ਗੱਲਬਾਤ ਜਿਹੜੀ ਹੈਗੀ ਹੈ ਉਹ ਪੁਤਨ ਤੇ ਜ਼ੈਲੈਂਸਕੀ ਉਹਨਾਂ ਦੇ ਦਰਮਿਆਨ ਹੋਣੀ। ਅੱਛਾ। ਉਹ ਜਿਹੜੀ ਗੱਲਬਾਤ ਜਿਹੜੀ ਹੁੰਦੀ ਹੈ, ਜਿਹੜੀ ਸਿਖਰ ਗੱਲਬਾਤ ਹੁੰਦੀ ਹੈ, ਦਾਨੇਵਾਲ ਸਾਹਿਬ ਤੁਸੀਂ ਵੀ ਸਿਆਣੇ ਹੋ ਕਿ ਸਿਖਰ ਗੱਲਬਾਤ ਉਦੋਂ ਹੀ ਹੁੰਦੀ ਹੈ ਜਦੋਂ ਸਾਰਾ ਕੁਝ ਹੋ ਜੇ, ਉਹਨਾਂ ਨੇ ਤਾਂ ਫਿਰ ਸਹੀ ਪਾਉਣੀ ਹੁੰਦੀ ਹੈ। ਯੂਕਰੇਨ ਨੇ ਵੀ ਇਹ ਗੱਲ ਕਹੀ ਹੈ ਕਿ ਜੀ ਅਸੀਂ ਜਿਹੜੇ ਹੈਗੇ ਨਿਰਪੱਖ ਰਹਾਂਗੇ ਜੀ, ਅਸੀਂ ਕਿਸੇ ਗਰੁੱਪ ਦੇ ਵਿੱਚ ਨਹੀਂ ਆਉਂਦੇ। ਜਿਵੇਂ ਕਿ ਨਾਟੋ ਵਾਲੀ ਪ੍ਰੋਬਲਮ ਸੀ, ਉਹ ਨਾਟੋ ਦੀ ਮੈਂਬਰਸ਼ਿਪ ਮੰਗਦੇ ਸੀ ਤੇ ਨਾਟੋ ਵਾਲੇ ਮੈਂਬਰਸ਼ਿਪ ਉਹਨਾਂ ਨੂੰ ਦੇਣ ਨੂੰ ਤਿਆਰ ਸੀ। ਉੱਥੋਂ ਲੜਾਈ ਦਾ ਮੁੱਢ ਤਾਂ ਅਸਲ 'ਚ ਉੱਥੋਂ ਹੀ ਵੱਜਿਆ ਨਾ। ਰੂਸ ਇਹ ਸਮਝਦਾ ਸੀ ਕਿ ਜੇ ਨਾਟੋ ਦੇ ਮੈਂਬਰ ਬਣ ਗਏ ਤੇ ਨਾਟੋ ਦੀਆਂ ਫੌਜਾਂ ਖਾਸ ਕਰਕੇ ਅਮਰੀਕਾ ਉਹ ਸਾਡੇ ਬਾਰਡਰ ਤੇ ਬਹਿ ਜਾਊਗਾ ਕਿ ਸਾਡੀ ਸਿਕਿਉਰਿਟੀ ਦੇ ਲਈ ਖਤਰਾ ਰੱਫੜ ਸਾਰਾ ਉੱਥੋਂ ਪਿਆ ਹੋਇਆ। ਉਹ ਕਹਿੰਦੇ ਜੀ ਸਾਨੂੰ ਅਸੀਂ ਨਾਟੋ ਦੇ ਮੈਂਬਰ ਨਹੀਂ ਬਣਦੇ, ਜੇ ਨਾਟੋ ਦੇ ਮੈਂਬਰ ਨਹੀਂ ਬਣਦੇ ਸਾਨੂੰ ਸਾਡੀ ਸਿਕਿਉਰਿਟੀ ਦੀ ਗਰੰਟੀ ਦਿਓ। ਔਰ ਸਿਕਿਉਰਿਟੀ ਦੀ ਗਰੰਟੀ ਦੇਣ ਵਾਸਤੇ ਕਿਹਾ ਹੁਣ ਉਹ ਪੋਲੈਂਡ ਦੀ ਗੱਲ ਵੀ ਕਰਦੇ ਆ ਜੀ, ਉਹ ਇਸਰਾਈਲ ਦੀ ਗੱਲ ਵੀ ਕਰਦੇ ਆ। ਇੱਕ ਇਹਨਾਂ ਦੇ ਤੁਸੀਂ ਦੇਖਣਾ ਇਹਨਾਂ ਦਿਨਾਂ ਦੇ ਵਿੱਚ ਦਾਨੇਵਾਲ ਸਾਹਿਬ ਜਿਹੜੀਆਂ ਕਤਾਰਬੰਦੀ ਹੋਈ ਹੈ। ਅੱਛਾ ਜੀ। ਭਾਵੇਂ ਰੂਸ ਦੇ ਉੱਤੇ ਪਾਬੰਦੀਆਂ ਲਾਤੀਆਂ, ਲੇਕਿਨ ਅਮਰੀਕਾ ਦੇ ਮਿੱਤਰ ਕੁਝ ਦੇਸ਼ ਹਾਂਜੀ ਜਿਹੜੇ ਪਹਿਲਾਂ ਅਮਰੀਕਾ ਦੇ ਸਾਹ ਵਿੱਚ ਸਾਹ ਲੈਂਦੇ ਸੀ, ਐਤਕੀ ਵਾਰੀ ਉਹ ਰੂਸ ਦੇ ਖਿਲਾਫ ਉਵੇਂ ਨਹੀਂ ਹੈਗੇ। ਭਾਰਤ ਨੂੰ ਆਪਣਾ ਸਟੈਂਡ ਬਦਲਣ ਵਾਸਤੇ ਬੜੀ ਕੋਸ਼ਿਸ਼ ਕੀਤੀ ਹੈ ਅਮਰੀਕਾ ਦੀ, ਤੁਹਾਨੂੰ ਪਤਾ ਲਗਾਤਾਰ ਉਹਨਾਂ ਦੇ ਲੀਡਰ ਜਿਹੜੇ ਆ ਰਹੇ ਹੈ ਕਨਵਿੰਸ ਕਰਨ ਵਾਸਤੇ, ਲੇਕਿਨ ਭਾਰਤ ਨੇ ਪਹਿਲੀ ਵਾਰੀ ਆਪਾਂ ਕਹਾਂਗੇ ਜੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸਾਡੀ ਆਪਣੇ ਹਿੱਤ ਦੇਸ਼ ਤੇ ਕੀ ਹੈ ਉਹਨਾਂ ਨੂੰ ਖਿਆਲ 'ਚ ਰੱਖਿਆ ਵਾ ਵੀ ਨਾ ਭਾਈ ਅਸੀਂ ਉਧਰ ਨਾ ਉਧਰ ਅਸੀਂ ਅਮਰੀਕਾ ਦੇ ਮਗਰ ਲੱਗ ਕੇ ਐਵੇਂ ਰੂਸ ਦੇ ਨਾਲ ਕਾਹਨੂੰ ਪੰਗੇ ਪਾਉਣੇ, ਕਿਉਂਕਿ ਸਾਡਾ ਡਿਫੈਂਸ ਤਾਂ ਸਾਰਾ ਰੂਸ ਤੇ ਨਿਰਭਰ ਹੈ। ਠੀਕ ਹੈ, ਅੱਜ ਕੱਲ੍ਹ ਰੂਸ ਤੇ ਚਾਈਨਾ ਇੱਕ ਦੂਜੇ ਦੇ ਨੇੜੇ ਤੇ ਚਾਈਨਾ ਦੇ ਨਾਲ ਵੀ ਸਾਡਾ ਬਾਰਡਰ ਦਾ ਕਨਫਲਿਕਟ ਹੈ, ਉਹਨੂੰ ਦੂਰ ਕਰਨ ਦੀ ਗੱਲ ਵੀ ਹੈ। ਇਸਰਾਈਲ ਵਾਲਿਆਂ ਦਾ ਵੀ ਜਿਹੜਾ ਪਹਿਲਾਂ ਨਜ਼ਰੀਆ ਹੁੰਦਾ ਸੀ ਪ੍ਰੋ ਅਮਰੀਕਾ, ਐਤਕੀ ਉਹ ਨਹੀਂ ਰਿਹਾ। ਇਸਰਾਈਲ ਵਾਲੇ ਵੀ ਉਹਦੇ ਵਿੱਚ ਕੁਛ ਮਤਲਬ ਮੇਰਾ ਖਿਆਲ ਹੈ ਯੋਗਦਾਨ ਪਾ ਰਹੇ। ਸੋ ਲੱਗਦਾ ਇਹ ਹੈ ਕਿ ਅਗਲੇ ਦਿਨਾਂ ਦੇ ਵਿੱਚ ਠੰਡੇ ਠਰਮਾ ਹੋ ਜਾਣਾ, ਕਿਉਂਕਿ 34-35 ਦਿਨਾਂ ਦੀ ਲੜਾਈ ਹੋਗੀ। ਮੈਂ ਕੱਲ ਵੀ ਗੱਲ ਕਰਦਾ ਸੀ ਕਿ ਜਿੱਤਦਾ ਹਮੇਸ਼ਾ ਅਮਨ ਹੈ, ਜੰਗ ਨਹੀਂ ਜਿੱਤੀ, ਕਿਤੇ ਜੰਗ ਜਿੱਤੀ। ਹਾਂ, ਉਮੀਦ ਹੈ ਵੀ ਅਮਨ ਜਿੱਤੂਗਾ, ਹੋ ਜੂਗਾ ਅਮਨ, ਕਿਉਂਕਿ ਨੁਕਸਾਨ ਬਹੁਤ ਹੋ ਗਿਆ। ਉਹਨੇ ਜਿਹੜੀਆਂ UNO ਦੀਆਂ ਰਿਪੋਰਟਾਂ ਆ ਰਹੀਆਂ ਜੀ, ਕਹਿੰਦੇ ਜੀ 38 ਲੱਖ ਬੰਦਾ ਯੂਕਰੇਨ ਦਾ ਜਿਹੜਾ ਹੈਗਾ ਉਹ ਪਲਾਨ ਕਰ ਗਿਆ। 38 ਲੱਖ ਉੱਥੇ ਆਬਾਦੀ ਉਜੜ ਗਿਆ। ਹਾਂਜੀ, ਘਰ ਛੱਡ ਗਏ। ਬਹੁਤ ਬੁਰਾ ਹਾਲ ਹੈ। ਸੋ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਚਾਹੁੰਦੇ ਜੀ। ਧੰਨਵਾਦ।